पंकज बंदना। सिमरो अंगद दुख निकंदना। अमरदास गुर हृदय त्यावो, हृदय त्यावो। श्री गुरु रामदास गुण गावो। श्री अर्जन बेगनन के नासक, बेगनन के नासक। श्री हर गोबिंद शुभ मत प्रकाशक। श्री हरि राय नमो कारजो, नमो कारजोरी। श्री हरि कृष्ण मनाए बहोरी। गुरु तेग बहादुर परम किरपाला जी, परम किरपाला। श्री गुरु गोबिंद सिंह विशाल। तरों तरा पार पुन पुन सीसा जी, पुन पुन सीसा। बंदों बार बार जगदीसा। जिसमें अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। श्री गुर शब्द कमाए जिन, जीते पंच विकार। तिन संतन को बंदना, सिर चरणन पर तार। कहाँ बुद्ध प्रभ तुच्छ हमारी, वर्ण सकह महिमा जो तिहारी। हम ना सकत कर सिफत तुम्हारी, आप ले हो तुम कथा सुधारी। सो कहो टल गुर सेविया, अहनिस सहज सुभाए। दर्शन परसय गुरु कै, जन्म मरण दुख जा। दर्शन परसय गुरु कै, जन्म मरण दुख जाए। वाहिगुरु जी का खालसा, वाहिगुरु जी की फतेह। परम सत्कारयोग सतगुरां दी साजी नवाजी, गुरु प्यारी गुरु सवारी साध संगत जीओ। सतगुरां दी महान किरपा रहमत बख्शिश हो रही है। पतित पावन भगत वैशल किरपा दे खजाने सतगुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर आप जी समूह संगतां बड़े ही प्यार अदब सत्कार दे सहित संध्या दे दीवान विच गुरु की बाणी का कीर्तन तथा रहरास साहिब जी का पाठ सरवण करके आनंद माण रहे सी। उपरंत जो सतगुरु सच्चे पातशाह जी के पवित्र इतिहास की लड़ीवार कथा चल रही है, उस विच हाज़री भरन का सबब सुभाग
ਸੁਨਹਿਰਾ ਅਵਸਰ ਸਾਨੂੰ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਕਲਗੀਆਂ ਵਾਲੇ, ਬਾਜਾਂ ਵਾਲੇ, ਨੀਲੇ ਵਾਲੇ, ਤਾਜਾਂ ਵਾਲੇ, ਅੰਮ੍ਰਿਤ ਕੇ ਦਾਤੇ, ਸਰਬੰਸਦਾਨੀ ਸਾਹਿਬੇ ਕਮਾਲ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਕਾਫੀ ਲੰਮੇ ਸਮੇਂ ਤੋਂ ਅਸਥਾਨ ਦੇ ਉੱਤੇ ਚੱਲ ਰਿਹਾ ਹੈ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਚੂੜਾਮਣੀ ਕਵੀ, ਕਵੀਆਂ ਦੇ ਸਿਰਮੌਰ ਕਵੀ ਮਹਾਂਪੁਰਖ ਭਾਈ ਸੰਤੋਖ ਸਿੰਘ ਜੀ ਦੀ ਕਲਮ ਦੁਆਰਾ ਜੋ ਸਤਿਗੁਰਾਂ ਨੇ ਆਪ ਕਿਰਪਾ ਰਹਿਮਤ ਕੀਤੀ ਹੈ, ਸੰਗਤਾਂ ਤੱਕ ਪਹੁੰਚਿਆ ਹੈ। ਤਿਸ ਦੇ ਵਿੱਚੋਂ ਆਪਾਂ ਰੋਜ਼ਾਨਾ ਨਵਾਂ ਪ੍ਰਸੰਗ ਜਾਂ ਜੇ ਪ੍ਰਸੰਗ ਰਹਿੰਦਾ ਹੋਵੇ ਤਾਂ ਉਸ ਨੂੰ ਸੰਪੂਰਨ ਕਰਦੇ ਹਾਂ। ਪਿਛਲੇ ਕਈ ਦਿਨਾਂ ਤੋਂ ਤਕਰੀਬਨ ਇੱਕ ਹਫ਼ਤੇ ਤੋਂ ਹੀ ਜੋ ਆਤਮ ਵਿਚਾਰ ਦਾ ਸੁੰਦਰ ਇਹ ਪ੍ਰਸੰਗ ਚੱਲਿਆ ਹੋਇਆ ਹੈ। ਕਲਗੀਧਰ ਪਾਤਸ਼ਾਹ ਜੀ ਦੇ ਮਹਾਨ ਕਿਰਪਾ ਰਹਿਮਤ ਨੂੰ ਪ੍ਰਾਪਤ ਕਰਨ ਵਾਲੇ ਬ੍ਰਹਮ ਬੇਤੇ ਮਹਾਂਪੁਰਖ ਭਾਈ ਦਇਆ ਸਿੰਘ ਜੀ ਪਿਆਰੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਖਾਲਸੇ ਦੇ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਹਨ। ਗੁਰੂ ਕੇ ਖਾਲਸੇ ਨੇ 15 ਪ੍ਰਸ਼ਨ ਅਧਿਆਤਮ ਦੇ ਨਾਲ ਜੁੜੇ ਹੋਏ ਕੀਤੇ ਔਰ ਭਾਈ ਦਇਆ ਸਿੰਘ ਜੀ ਨੇ ਬੜੇ ਵਾਜਬ, ਬੜੇ ਯਥਾਰਥ ਜਵਾਬ ਸਾਰਿਆਂ ਨੂੰ ਦੇ ਕੇ ਸਭ ਦੇ ਮਨਾਂ ਦੀ ਤਸੱਲੀ ਕਰਵਾਈ। ਸੋ ਅੱਜ ਅਗਲਾ ਅਧਿਆਏ ਪ੍ਰਾਰੰਭ ਹੋਇਆ, ਅਗਲਾ ਅੰਸੂ ਸ਼ੁਰੂ ਹੋਇਆ। 43ਵਾਂ ਅਧਿਆਏ ਇਸ 5ਵੀਂ ਰੁੱਤ ਦਾ। ਇਸ ਦੇ ਵਿੱਚ ਵੀ ਉਸੇ ਪ੍ਰਕਾਰ ਹੀ ਸੂਖਮ ਵਿਚਾਰ ਹੈ ਜਿਵੇਂ ਪਿਛਲੇ ਅਧਿਆਏ ਦੇ ਵਿੱਚ ਆਪਾਂ ਪੜ੍ਹਿਆ। ਅਗਿਆਨ ਕੀ ਹੈ, ਮਾਇਆ ਕੀ ਹੈ, ਭਰਮ ਕੀ ਹੈ। ਇਸੇ ਪ੍ਰਕਾਰ ਜਾਗਤੀ ਅਵਸਥਾ ਕੀ ਹੈ, ਸੁਪਨ ਅਵਸਥਾ ਕੀ ਹੈ, ਸੁਖੋਪਤੀ ਅਵਸਥਾ ਕੀ ਹੈ, ਮੂਰਛਾ ਕਿਹਨੂੰ ਕਹਿੰਦੇ ਆ, ਮੁਕਤੀ ਕਿਹਨੂੰ ਕਹਿੰਦੇ ਹੈ। ਔਰ 5 ਜੋ ਕੋਸ਼ ਹਨ, ਤਿੰਨੇ ਸਰੀਰ, ਸਥੂਲ ਸਰੀਰ, ਲਿੰਗ ਸਰੀਰ ਜਾਂ ਸੂਖਸ਼ਮ ਸਰੀਰ ਅਤੇ ਕਾਰਨ ਦੇ, ਇਹਨਾਂ ਦਾ ਵਰਣਨ ਵੀ ਕੀਤਾ। 5 ਪ੍ਰਾਣਾਂ ਦਾ ਵੀ ਜ਼ਿਕਰ ਆਇਆ, 5 ਕੋਸ਼ਾਂ ਦਾ ਵੀ ਜ਼ਿਕਰ ਆਇਆ। 5 ਕੋਸ਼ਾਂ ਨੂੰ 5 ਪੰਛੀਆਂ ਦੀ ਉਦਾਹਰਣ ਦੇ ਕੇ ਭਾਈ ਦਇਆ ਸਿੰਘ ਜੀ ਨੇ ਸਮਝਾਇਆ ਕਿ ਆਹ ਅੰਨਮय ਕੋਸ਼ ਹੈ, ਆਹ ਆਨੰਦਮय ਕੋਸ਼ ਹੈ, ਆਹ ਪ੍ਰਾਣਮय ਕੋਸ਼ ਹੈ। ਸੋ ਇਹ 5 ਜਿਹੜੇ ਕੋਸ਼ ਸਨ ਉਹਨਾਂ ਦੀ ਬਾਬਤ ਬੜੀਆਂ ਸੁੰਦਰ ਉਦਾਹਰਨਾਂ ਦੇ ਕੇ ਔਰ ਵਿਦਾਂਤ ਦੇ ਮੁਤਾਬਕ ਸਭ ਕੁਝ ਭਾਈ ਦਇਆ ਸਿੰਘ ਜੀ ਸਮਝਾ ਰਹੇ ਨੇ। ਅੱਗੇ ਜੋ 43ਵਾਂ ਅਧਿਆਏ ਹੈ, ਇਹਦਾ ਨਾਮ ਵੀ, ਇਹਦਾ ਜੋ ਸਿਰਲੇਖ ਹੈ ਆਤਮ ਵਿਚਾਰ ਜਾਰੀ, ਕਿ ਆਤਮਾ ਦੀ ਜਿਹੜੀ ਵਿਚਾਰ ਪਿੱਛੇ ਚੱਲ ਰਹੀ ਹੈ ਉਹ ਹਾਲੇ ਖਤਮ ਨਹੀਂ ਹੋਈ। ਉਹ ਗੋਸ਼ਟੀ, ਉਹ ਗਿਆਨ ਚਰਚਾ, ਉਹ ਸਵਾਲ ਜਵਾਬ, ਉਹ ਸੰਵਾਦ ਹਾਲੇ ਜਾਰੀ ਹੈ, ਕੰਟੀਨਿਊ ਹੈ। ਸੋ ਅੱਜ ਦੇ ਇਸ ਪ੍ਰਸੰਗ ਦੇ ਵਿੱਚ ਭਾਈ ਦਇਆ ਸਿੰਘ ਜੀ ਦੱਸਣਗੇ ਕਿ ਕਰਤਾ ਕੀ ਹੈ, ਕਿਰਿਆ ਕੀ ਹੈ, ਕਰਮ ਕੀ ਹੈ, ਔਰ ਤ੍ਰਿਪਟੀ ਦੇ ਬਾਰੇ ਵੀ ਹੋਰ ਖੋਲ੍ਹ ਕੇ ਦੱਸਣਗੇ। ਜੋ ਪਿੱਛੇ ਆਪਾਂ ਗਿਆਤਾ, ਗਿਆਨ ਗੇ ਸਭ ਇਹ ਵਿਚਾਰਿਆ, ਇਹਦੇ ਬਾਬਤ ਵੀ ਅੱਗੇ ਬੜੇ ਵਿਸਥਾਰ ਸਹਿਤ ਹੋਰ ਬਚਨ ਆਉਣੇ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿਵੇਂ ਕਿਰਪਾ ਰਹਿਮਤ ਹੋ ਰਹੀ ਹੈ, ਬਖਸ਼ਿਸ਼ ਹੋ ਰਹੀ ਹੈ, ਆਓ ਆਪਾਂ ਬੜੇ ਪਿਆਰ ਦੇ ਨਾਲ ਅਗਲੇ ਪ੍ਰਸੰਗ ਦੀ, ਅਗਲੇ ਅਧਿਆਏ ਦੀ ਪ੍ਰਾਰੰਭਤਾ ਗੁਰੂ ਕੀ ਕਿਰਪਾ ਨੂੰ ਪ੍ਰਾਪਤ ਕਰਦੇ ਹੋਏ ਕਰੀਏ। ਅਗਲੇ ਅਧਿਆਏ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਦੀ ਇਕਾਗਰਤਾ ਦੇ ਲਈ ਸਮੂਹ ਸੰਗਤਾਂ ਬੜੇ ਪਿਆਰ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਰਥ ਕਰਤਾ ਨਾਨਕ
ਭਾਈ ਦਇਆ ਸਿੰਘ ਜੀ ਗੁਰੂ ਕੇ ਖਾਲਸੇ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਇੱਥੇ ਦੱਸ ਰਹੇ ਹੈ ਅਥ ਕਰਤਾ। ਕਰਤਾ ਕੌਣ ਹੈ? ਆਮ ਆਪਾਂ ਜੋ ਕਿਸੇ ਕਾਰਜ ਦੇ ਕਰਨ ਵਾਲਾ ਹੋਵੇ ਉਹਨੂੰ ਕਰਤਾ ਕਹਿੰਦੇ ਆ। ਜਿਵੇਂ ਘੁਮਿਆਰ ਭਾਂਡੇ ਬਣਾਉਂਦਾ ਹੈ, ਉਹ ਘੜੇ ਦਾ ਕਰਤਾ ਹੈ। ਹੋਰ ਕੋਈ ਮਿਸਤਰੀ ਕੋਈ ਸਮਾਨ ਬਣਾਉਂਦਾ ਹੈ, ਕੋਈ ਮਸ਼ੀਨ ਬਣਾਉਂਦਾ ਹੈ, ਉਹ ਉਹਦਾ ਕਰਤਾ ਹੈ। ਪਰ ਵੇਦਾਂਤ ਦੇ ਵਿੱਚ ਇਹਨੂੰ ਬੜੇ ਸੂਖਸ਼ਮ ਰੂਪ ਦੇ ਨਾਲ ਵਰਣਨ ਕੀਤਾ ਗਿਆ ਵੀ ਕਰਤਾ ਕੌਣ ਹੈ। ਕਰਤਾ ਕਰਮ ਦਾ ਕਰਨ ਵਾਲਾ। ਕਰਤਾ ਕੌਣ ਹੈ? ਕਹਿੰਦੇ ਨਖ ਸਿੱਖ ਲਾਓ ਤਨ ਥੂਲ ਮਹਿ। ਨਖ ਨਾਮ ਹੈ ਨਹੁੰ ਦਾ। ਸਾਡੇ ਨਹੁੰ ਹੁੰਦੇ ਆ ਸਰੀਰ ਦੇ ਉੱਤੇ, 5-5 ਦੋਵੇਂ ਹੱਥਾਂ ਦੇ, 5-5 ਦੋਵੇਂ ਪੈਰਾਂ ਦੇ। ਸੋ ਇਹ ਨਖ ਨਾਮ ਨਹੁੰ ਦਾ ਹੈ। ਅਤੇ ਸਿੱਖ ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਸਿੱਖ। ਸਿੱਖ ਨਾਮ ਹੈ ਚੋਟੀ ਦਾ, ਸਿਖਰ ਦਾ, ਬਿਲਕੁਲ ਉੱਪਰ ਦਾ। ਤੋ ਭਾਈ ਸਾਹਿਬ ਜੀ ਕਹਿ ਰਹੇ ਹੈ ਨਖ ਸਿੱਖ ਲਾਓ ਤਨ ਥੂਲ ਮਹਿ। ਇਹ ਜਿਹੜਾ ਸਥੂਲ ਸਰੀਰ ਹੈ ਸਾਡਾ ਬਾਹਰਲਾ ਸਰੀਰ ਹੈ, ਬਾਹਰਲੀ ਬਾਡੀ ਹੈ, ਇਹਦੇ ਨਹੁੰ ਤੋਂ ਲੈ ਕੇ ਸਿਖਰ ਤੱਕ, ਸਿਰੇ ਤੱਕ, ਸਿਰ ਤੱਕ ਸਾਰੇ ਹੀ ਇਸ ਅਸਥੂਲ ਤਨ ਦੇ ਵਿੱਚ ਅਹੰ ਬਿਰਤ ਜਿਨ ਕੀਨ। ਕਹਿੰਦੇ ਜੋ ਅਹੰ ਭਾਵ ਵਾਲੀ ਬਿਰਤੀ ਜੋ ਮਨੁੱਖ ਨੇ ਕੀਤੀ ਹੈ, ਜੋ ਸਾਡੇ ਅੰਦਰ ਜੀਵ ਆਤਮਾ ਹੈ, ਜਦੋਂ ਅਹੰ ਭਾਵ ਦੇ ਨਾਲ ਇਹ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਭਰਿਆ ਰਹਿੰਦਾ ਹੈ, ਉਸ ਵੇਲੇ ਕਹਿੰਦੇ ਕਿਉਂਕਿ ਸਾਰਾ ਹੀ ਅਹੰ ਦਾ ਹੀ ਸਾਰੇ ਪਸਾਰਾ ਹੈ, ਅਹੰ ਕਰਕੇ ਹੀ ਸਾਰਾ ਜਨਮ ਮਰਨ ਹੈ, ਅਹੰ ਕਰਕੇ ਹੀ ਆਉਣਾ ਜਾਣਾ ਹੈ, ਅਹੰ ਕਰਕੇ ਹੀ ਉਹ ਬ੍ਰਹਮ ਤੋਂ ਇਹ ਜਿਹੜੀ ਆਤਮਾ ਹੈ ਇਹ ਭਿੰਨ ਦਿਖਾਈ ਦਿੰਦੀ ਹੈ। ਸੋ ਨਹੁੰ ਤੋਂ ਲੈ ਕੇ ਜਾਂ ਇਹ ਕਹਿ ਲਓ ਪੈਰ ਦੇ ਅੰਗੂਠੇ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਕੇਸਾਂ ਤੱਕ, ਜੂੜੇ ਤੱਕ ਜਿਹੜੀ ਅਹੰ ਵਾਲੀ ਬਿਰਤੀ ਹੈ, ਮੈਂ ਵਾਲੀ ਬਿਰਤੀ ਹੈ ਅੰਤਸ਼ਕਰਨ ਦੀ, ਜੋ ਸਾਡਾ ਅੰਦਰਲਾ ਅੰਤਸ਼ਕਰਨ ਹੈ, ਮਨ ਕਹਿ ਲਓ, ਆਤਮਾ ਕਹਿ ਲਓ। ਸੋ ਐਸੀ ਜਿਹੜੀ ਇਹਨੇ ਬਿਰਤੀ ਰੱਖਣੀ ਹੈ। ਕਿਉਂਕਿ ਪਿੱਛੇ ਆਪਾਂ ਪੜ੍ਹਿਆ ਕਿ ਗਿਆਤਾ ਗਿਆਨ ਗੇ। ਸੋ ਇਹਦੇ ਵਿੱਚ ਸਮਾਧੀ ਦੇ ਵਿੱਚ ਜਦੋਂ ਆਪਾਂ ਪੜ੍ਹਿਆ ਸੀ, ਇਹਨਾਂ ਦਾ ਭਾਵ ਵੀ ਬਣਿਆ ਰਹਿਣਾ ਅਤੇ ਬ੍ਰਹਮ ਭਾਵ ਵੀ ਨਾਲ ਹੋਣਾ। ਉਹਨੂੰ ਸਾਵਕਲਪ ਸਮਾਧੀ ਕਹਿੰਦੇ ਹੈ। ਅਤੇ ਜਦੋਂ ਅਹੰ ਭਾਵ ਵਿਸਰ ਜਾਏ, ਗਿਆਤਾ ਗਿਆਨ ਗੇ, ਇਹ ਤਿੰਨੇ ਖਤਮ ਹੋ ਜਾਣ। ਗਿਆਤਾ ਜੋ ਗਿਆਨ ਦੀ ਪ੍ਰਾਪਤੀ ਵਾਲਾ, ਸਮਾਧੀ ਲਾਉਣ ਵਾਲਾ ਗਿਆਨ, ਜੋ ਅੰਤਸ਼ਕਰਨ ਦੀ ਬਿਰਤੀ ਦਾ ਟਿਕਣਾ, ਗਿਆਨ ਪ੍ਰਾਪਤ ਕਰਨਾ, ਅਤੇ ਗੇ ਜਿਸ ਦੇ ਵਿੱਚ ਸਮਾਧੀ ਲਾਈ ਜਾ ਰਹੀ ਹੈ ਬ੍ਰਹਮ ਦੇ ਵਿੱਚ। ਜਦੋਂ ਇਹ ਭਾਵ ਖਤਮ ਹੋ ਜਾਵੇ, ਨਿਰਵਿਕਲਪ ਰਹਿ ਜਾਵੇ ਕਿ ਇਹ ਸਭ ਕੁਝ ਨਹੀਂ, ਮੈਂ ਬਸ ਸਿੱਧਾ ਬ੍ਰਹਮ ਦਾ ਸਰੂਪ ਹਾਂ, ਬ੍ਰਹਮ ਦੇ ਵਿੱਚ ਸਮਾਧੀ, ਬ੍ਰਹਮ ਦੇ ਵਿੱਚ ਲੀਨ ਹੋ ਰਿਹਾ। ਜਦੋਂ ਸਾਡਾ ਜੀਵ ਆਤਮਾ ਇਹ ਭਾਵ ਲੈ ਲਏ, ਉਸ ਵੇਲੇ ਨਿਰਵਿਕਲਪ ਸਮਾਧੀ ਹੋ ਜਾਂਦੀ ਹੈ। ਪਰ ਜਦੋਂ ਅਹੰ ਭਾਵ ਆ ਗਿਆ ਵਿੱਚ, ਅਤੇ ਉਸ ਵੇਲੇ ਫਿਰ ਪਰਮਾਤਮਾ ਦੇ ਨਾਲ ਪੂਰਨ ਮੇਲ ਉਹ ਨਹੀਂ ਹੋ ਸਕਦਾ। ਉਹ ਵਿੱਚ ਵਿਚਾਲੇ ਗੱਲ ਰਹਿ ਜਾਂਦੀ ਹੈ, ਤੱਤ ਗਿਆਨ ਤੱਕ, ਤੱਤ ਵਸਤੂ ਤੱਕ ਪਹੁੰਚ ਨਹੀਂ ਹੋ ਸਕਦੀ। ਜਿਵੇਂ ਆਪਣੇ ਪਿੰਡਾਂ ਦੇ ਵਿੱਚ, ਖੈਰ ਹੁਣ ਰਿਵਾਜ ਘਟ ਗਏ ਆ, ਇਹ ਮਸ਼ੀਨੀ ਯੁੱਗ ਹੋ ਗਿਆ। ਬੀਬੀਆਂ ਦੁੱਧ ਰਿੜਕਦੀਆਂ ਸਨ ਹੱਥਾਂ ਦੇ ਨਾਲ, ਉਹ ਮਧਾਣੀ ਫੇਰਨੀ, ਅਤੇ ਉਹ ਦਹੀਂ ਨੂੰ ਰਿੜਕ ਕੇ ਅਤੇ ਉਹਦੇ ਵਿੱਚ ਫਿਰ ਜਦੋਂ ਯੋਗ ਸਮਾਂ ਹੋਵੇ ਔਰ ਉਹਦੀ ਵੱਤ ਦੇ ਮੁਤਾਬਕ ਹੀ ਵੀ ਇਹਦੇ ਵਿੱਚ ਠੰਡਾ ਪਾਣੀ ਪਾਉਣਾ ਜਾਂ ਗਰਮ ਪਾਣੀ ਪਾ ਕੇ ਮੱਖਣ ਨਿਕਲ ਆਊਗਾ, ਇਹ ਬੀਬੀਆਂ ਨੂੰ ਪਤਾ ਹੁੰਦਾ ਸੀ। ਤਾਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਬਚਾ ਕੇ ਫਿਰ ਉਹ ਮੱਖਣ ਕੱਢ ਲੈਣਾ। ਜੇ ਕੋਈ ਧੀ ਧਿਆਣੀ, ਕੋਈ ਨੂੰਹ ਨਵੀਂ ਆਈ ਹੋਈ ਅਤੇ ਉਹ ਦੁੱਧ ਰਿੜਕਣ ਲੱਗਦੀ
ਤਾਂ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਬਜ਼ੁਰਗ ਬੀਬੀਆਂ, ਸਿਆਣੀਆਂ ਬੀਬੀਆਂ, ਸਵਾਣੀਆਂ ਇਹ ਹਦਾਇਤ ਕਰਦੀਆਂ ਹੁੰਦੀਆਂ ਸੀ ਵੀ ਧਿਆਨ ਦੇ ਨਾਲ ਰਿੜਕਣਾ ਹੈ, ਕਿਤੇ ਮੱਖਣ ਵੀ ਵਿੱਚੇ ਨਾ ਘੁਲ ਜਾਵੇ ਇਹਦੇ। ਸੋ ਇਸੇ ਤਰ੍ਹਾਂ ਉਹ ਬ੍ਰਹਮ ਦੇ ਨਾਲ ਜੁੜ ਕੇ ਸਮਾਧੀ ਵੇਲੇ, ਖੈਰ ਉਹ ਜਿਹੜੀ ਚੰਗੀ ਐਕਸਰਸਾਈਜ਼ ਵੀ ਹੁੰਦੀ ਸੀ, ਜਦੋਂ ਬੀਬੀਆਂ ਹੱਥੀਂ ਦੁੱਧ ਰਿੜਕਦੀਆਂ ਸੀ ਅੰਮ੍ਰਿਤ ਵੇਲੇ ਉੱਠ ਕੇ, ਉਹ ਚੰਗਾ ਦੋਵੇਂ ਬਾਜੂਆਂ ਦਾ, ਦੋਵੇਂ ਬਾਹਾਂ ਦਾ ਜ਼ੋਰ ਲੱਗਣਾ, ਢਿੱਡ ਦਾ ਜ਼ੋਰ ਲੱਗਣਾ, ਪੇਟ ਦਾ, ਅਤੇ ਉਹਦੇ ਨਾਲ ਜਿਹੜੀਆਂ ਪੇਟ ਦੀਆਂ ਨਾੜਾਂ ਸੀ ਨਾ ਉਹ ਬੜੀਆਂ ਸਟਰੋਂਗ, ਬੜੀਆਂ ਤਕੜੀਆਂ ਰਹਿੰਦੀਆਂ ਸਨ। ਅਤੇ ਇਹ ਗੱਲ ਵੈਦਿਕ ਵਾਲਿਆਂ ਨੇ ਤਾਂ ਪਹਿਲਾਂ ਦੀ ਸਿੱਧ ਕੀਤੀ ਹੋਈ ਹੈ। ਜਿਹੜੇ ਅੱਜ ਦੀ ਐਲੋਪੈਥੀ ਡਾਕਟਰੀ ਸਾਇੰਸ ਹੈ, ਇਹਨਾਂ ਨੇ ਵੀ ਸਿੱਧ ਕਰ ਦਿੱਤਾ ਹੈ ਵੀ ਪੇਟ ਦੀਆਂ ਨਾੜਾਂ ਜਿਹੜੀਆਂ ਇਹ ਸਟਰੋਂਗ ਹੋਣਗੀਆਂ, ਤਕੜੀਆਂ ਹੋਣਗੀਆਂ ਐਸੀ ਕਿਰਿਆ ਕਰਨ ਦੇ ਨਾਲ, ਅਤੇ ਇਹ ਇਸਤਰੀ ਜਾਤੀ ਦੇ ਵਾਸਤੇ ਇਹ ਬਹੁਤ ਇਹ ਚੰਗਾ ਬੈਨੀਫਿਸ਼ਰੀ ਹੈ, ਇਹ ਬਹੁਤ ਲਾਭਦਾਇਕ ਹੈ। ਸੋ ਖੈਰ ਇਹ ਤਾਕੀਦ ਕੀਤੀ ਜਾਂਦੀ ਵੀ ਜਦੋਂ ਇਹ ਦਹੀਂ ਨੂੰ ਰਿੜਕਣਾ ਹੈ, ਜਮਾਏ ਹੋਏ ਦਹੀਂ ਨੂੰ, ਜਮਾਏ ਹੋਏ ਦੁੱਧ ਨੂੰ, ਤਾਂ ਉਸ ਵੇਲੇ ਤੱਕ ਰਿੜਕਣਾ ਹੈ ਕਿ ਇਹਦੇ ਵਿੱਚੋਂ ਮੱਖਣ ਸਹੀ ਸਲਾਮਤ ਉਹ ਬਾਹਰ ਨਿਕਲ ਆਵੇ। ਅਤੇ ਇਉਂ ਬੀਬੀਆਂ ਕੱਢ ਲੈਂਦੀਆਂ ਸਨ। ਸਤਿਗੁਰੂ ਦੀ ਬਾਣੀ ਵਿੱਚ ਵੀ ਐਸਾ ਪ੍ਰਮਾਣ ਹੈ, ਹਾਲਾਂਕਿ ਅੰਤਰੀਵ ਅਰਥ ਉਹਦਾ ਬ੍ਰਹਮ ਦੇ ਨਾਲ ਜੁੜਿਆ ਹੋਇਆ ਹੀ ਹੈ। ਹਰ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ, ਸਹਿਜ ਬਿਲੋਵਹੁ ਜੈਸੇ ਤਤ ਨਾ ਜਾਈ। ਜਿਵੇਂ ਉਹ ਬੀਬੀਆਂ ਕਹਿੰਦੀਆਂ ਸੀ ਵੀ ਸਹਿਜੇ ਸਹਿਜੇ ਰਿੜਕਣਾ ਇਹਨੂੰ, ਕਿਤੇ ਇੰਨਾ ਨਾ ਰਿੜਕਦੀ ਵੀ ਉਹ ਜਿਹੜਾ ਮੱਖਣ ਵੀ ਵਿੱਚ ਹੀ ਘੁਲ ਜਾਵੇ ਇਹਦੇ ਲੱਸੀ ਦੇ ਵਿੱਚ ਨਹੀਂ ਘੋਲਣਾ ਮੱਖਣ ਨੂੰ, ਇਹਨੂੰ ਆਪਾਂ ਵੱਖਰਾ ਤੱਤ ਕੱਢਣਾ। ਇਸੇ ਗੱਲ ਨੂੰ ਸਤਿਗੁਰੂ ਜੀ ਕਹਿ ਰਹੇ ਆ ਵੀ ਸਹਿਜ ਬਿਲੋਵਹੁ ਜੈਸੇ ਤਤ ਨਾ ਜਾਈ, ਹੌਲੀ ਹੌਲੀ ਰਿੜਕੋ ਉਹਨੂੰ ਸਹਿਜ ਦੇ ਨਾਲ, ਵੀ ਉਹਦਾ ਤੱਤ ਨਾ ਖਤਮ ਹੋ ਜਾਵੇ ਵਿੱਚੋਂ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜਿਆਂ, ਭਗਤੀ ਕਰਦਿਆਂ, ਸਮਾਧੀ ਲਾਉਂਦਿਆਂ ਇੰਨੇ ਸਹਿਜ ਅਵਸਥਾ ਦੇ ਵਿੱਚ ਮਨ ਟਿਕ ਜਾਵੇ, ਅਹੰ ਭਾਵ ਖਤਮ ਹੋ ਜਾਵੇ, ਵੀ ਉਹ ਤੱਤ ਨਾ ਜਾਵੇ, ਤੱਤ ਨਾ ਖਤਮ ਹੋਵੇ, ਬ੍ਰਹਮ ਦੇ ਵਿੱਚ ਲੀਨ ਹੋਣੋਂ ਨਾ ਰਹਿ ਜਾਈਏ। ਜਿਹਨੂੰ ਭਗਤ ਕਬੀਰ ਸਾਹਿਬ ਜੀ ਦੇ ਬਚਨਾਂ ਵਿੱਚ ਆਪਾਂ ਇਹ ਵੀ ਪੜ੍ਹਦੇ ਹਾਂ, ਸੰਤੋ ਮਾਖਣ ਖਾਇਆ ਛਾਛ ਪੀਐ ਸੰਸਾਰ। ਸਾਧੂਆਂ ਨੇ ਉਹ ਮੱਖਣ ਕੱਢ ਲਿਆ ਅਤੇ ਬਾਕੀ ਸੰਸਾਰ ਜਿਹੜਾ ਉਹ ਲੱਸੀ ਪੀਂਦਾ ਫਿਰਦਾ ਹੈ। ਮੱਖਣ ਕੀ ਹੈ? ਤੱਤ, ਉਹ ਬ੍ਰਹਮ ਤੱਕ ਉਹਨਾਂ ਦੀ ਪਹੁੰਚ ਹੋ ਗਈ। ਸੋ ਜਦੋਂ ਭਾਈ ਦਇਆ ਸਿੰਘ ਜੀ ਇੱਥੇ ਦੱਸ ਰਹੇ ਹੈ ਅਥ ਕਰਤਾ, ਵੀ ਕਰਤਾ ਕੀ ਹੈ, ਕਰਤੇ ਦਾ ਫਰਜ਼ ਕੀ ਹੈ, ਕਰਮ ਕਰਨ ਵਾਲੇ ਦਾ। ਕਹਿੰਦੇ ਨਖ ਸਿੱਖ ਲਓ ਤਨ ਥੂਲ ਮੈਂ, ਪੈਰ ਦੇ ਅੰਗੂਠੇ ਦੇ ਨਹੁੰ ਤੋਂ ਲੈ ਕੇ ਸਿਰ ਦੇ ਸਿਖਰ ਤੱਕ, ਚੋਟੀ ਤੱਕ, ਇਹ ਸਥੂਲ ਸਰੀਰ ਦੇ ਵਿੱਚ ਅਹੰ ਬ੍ਰਿਤ ਜਿਨ ਕੀਨ, ਅਹੰ ਵਾਲੀ ਬਿਰਤੀ, ਹਉ ਵਾਲੀ ਬਿਰਤੀ, ਮੈਂ ਵਾਲੀ ਬਿਰਤੀ। ਕਿਉਂਕਿ ਹਰ ਗੱਲ 'ਤੇ ਆਪਾਂ ਕਹਿੰਦੇ ਹਾਂ ਵੀ ਆਹ ਮੈਂ ਕੀਤਾ, ਆਹ ਕਰਮ ਤਾਂ ਮੈਂ ਕਰਦਾ, ਆਹ ਕਰਮ ਮੈਂ ਨਹੀਂ ਕੀਤਾ। ਇਹ ਜਿਹੜੀ ਮੈਂ ਵਾਲੀ ਬਿਰਤੀ ਹੈ, ਕਹਿੰਦੇ ਜਦੋਂ ਐਸੀ ਬਿਰਤੀ ਹੋਵੇ, ਕਹਿੰਦੇ ਉਹ ਜੀਵ ਆਤਮਾ ਜਿਹੜਾ ਅੰਦਰ ਬੈਠਾ ਅਹੰ ਮੈਂ ਕਰ ਰਿਹਾ ਨਾ, ਕਹਿੰਦੇ ਐਸੀ ਬਿਰਤੀ ਜਦੋਂ ਹੁੰਦੀ ਹੈ ਵੀ ਹਰ ਕਾਰਜ ਨੂੰ ਹਉਮੈ ਦੇ ਸਹਿਤ ਕਰਨਾ, ਮਤਲਬ ਸਾਰਾ ਸਰੀਰ ਹੀ ਹਉਮੈ ਹੰਕਾਰ ਦੇ ਨਾਲ ਭਰਿਆ, ਚੋਟੀ ਜਿਹੜਾ ਨਹੁੰ ਤੋਂ ਲੈ ਕੇ, ਅੰਗੂਠੇ ਦੇ ਨਹੁੰ ਤੋਂ ਲੈ ਕੇ, ਪੈਰ ਦੇ ਅੰਗੂਠੇ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ। ਸੋ ਕਹਿੰਦੇ ਇਹ ਸਾਰਾ ਹੀ ਹੰਕਾਰ ਦੇ ਨਾਲ ਜਿਹੜਾ ਭਰਿਆ ਹੋਣਾ, ਅਤੇ ਇਹ ਕਹਿੰਦੇ ਜੀਵ ਆਤਮਾ ਨੂੰ ਕਹਿੰਦੇ ਉਸ ਨੂੰ ਫਿਰ ਕਰਤਾ ਲਿਖੀ ਹੈ, ਉਹਨੂੰ ਕਰਤਾ ਜਾਣੋ। ਹਿਰਦੇ ਚੀਨੋ ਸਿੱਖ ਪ੍ਰਵੀਨ, ਕਹਿੰਦੇ ਹਿਰਦੇ ਦੇ ਵਿੱਚ ਇਹਨੂੰ ਚੀਨੋ ਜਾਣ ਲਓ, ਸਿੱਖੋ। ਪ੍ਰਵੀਨ ਕਹਿੰਦੇ ਹੈ ਜਿਹੜਾ ਵਕਤਾ ਹੋਵੇ ਨਾ, ਆਪਣੀ ਗੱਲ ਨੂੰ ਸਪਸ਼ਟ ਅਤੇ ਸਾਫ਼ ਲਫ਼ਜ਼ਾਂ ਦੇ ਵਿੱਚ ਵਧੀਆ ਤਰੀਕੇ ਨਾਲ ਕਹਿ ਸਕੇ, ਉਹਨੂੰ ਪ੍ਰਵੀਨ ਕਿਹਾ ਜਾਂਦਾ ਹੈ। ਸੋ ਕਈ ਤਾਂ ਹੁੰਦੇ ਹੈ ਵੀ ਉਹ ਗੱਲ ਨੂੰ ਆਪਾਂ ਕਹਿੰਦੇ ਆ ਵੀ ਇਹਨੂੰ ਤਾਂ ਗੱਲ ਕਰਨ ਦਾ ਪਤਾ ਨਹੀਂ, ਵੀ ਇਹ ਤਾਂ ਠਾਹ ਸੋਟਾ ਮਾਰਦਾ ਆ ਕੇ, ਸਿੱਧੀ ਗੱਲ ਜਾ ਕੇ ਗੱਲ ਉਹੀ ਕਹਿਣੀ ਹੁੰਦੀ ਹੈ, ਪਰ ਉਹਨੂੰ ਕਈਆਂ ਨੂੰ ਕਹਿਣ ਦਾ ਤਰੀਕਾ ਹੁੰਦਾ, ਉਹਦੀ ਪੇਸ਼ਕਾਰੀ, ਜਾਂ ਜਿਹਨੂੰ ਆਪਾਂ ਅੱਜ ਕੱਲ੍ਹ ਸਕੂਲਾਂ ਕਾਲਜਾਂ ਦੇ ਵਿੱਚ ਸਿਖਾਇਆ ਜਾਂਦਾ ਹੈ। ਖਾਸ ਕਰਕੇ ਜਦੋਂ ਇਹ MBA ਵਗੈਰਾ ਕਰਾਉਂਦੇ ਆ ਨਾ, ਤਾਂ ਉਹਦੇ ਵਿੱਚ ਦੱਸਦੇ ਆ ਵੀ ਤੁਹਾਡੀ ਪ੍ਰੈਜੈਂਟੇਸ਼ਨ ਕੀ ਹੋਵੇ, ਕਿਸ ਤਰ੍ਹਾਂ ਦੀ ਹੋਵੇ, ਤੁਹਾਡੀ ਪ੍ਰਸਤੁਤਾ, ਤੁਸੀਂ ਪੇਸ਼ਕਾਰੀ ਕਿਵੇਂ ਕਰ ਰਹੇ ਹੋ ਕਿਸੇ ਚੀਜ਼ ਦੀ। ਕਿਉਂਕਿ ਜੇ ਉਹਨਾਂ ਨੇ MBA ਕੀਤੀ ਹੈ, ਬਿਜ਼ਨਸ ਕਰਨਾ ਹੈ,
ਤੇ ਉਹ ਗਾਹਕ ਦੇ ਅੱਗੇ ਜਾਂ ਜਿਹੜੀਆਂ ਕੰਪਨੀਆਂ ਦੇ ਨਾਲ ਉਹਨਾਂ ਨੇ ਡੀਲ ਕਰਨੀ ਹੈ, ਪੇਸ਼ਕਾਰੀ ਉਹਨਾਂ ਦੀ ਵਧੀਆ ਹੋਊ ਤਾਂ ਹੀ ਉਹ ਪ੍ਰਭਾਵਿਤ ਹੋਣਗੇ ਨਾ ਉਹਦੇ ਤੋਂ। ਉਹ ਪੇਸ਼ਕਾਰੀ ਸਿਖਾਈ ਜਾਂਦੀ ਹੈ। ਸੋ ਪ੍ਰਵੀਨ ਸ਼ਬਦ ਵੀ ਇਹੋ ਹੀ ਭਾਵਦਾ ਹੈ ਵੀ ਆਪਣੀ ਗੱਲ ਨੂੰ ਬੜੇ ਸਾਫ਼ ਸਪਸ਼ਟ ਲਫ਼ਜ਼ਾਂ ਦੇ ਵਿੱਚ ਤੇ ਬੜੇ ਸੋਹਣੇ ਢੰਗ ਦੇ ਨਾਲ ਕਹਿ ਦੇਣਾ, ਇਹਨੂੰ ਪ੍ਰਵੀਨ ਕਹਿੰਦੇ ਆ। ਜਾਂ ਪ੍ਰਵੀਨ ਨਾਮ ਬੁੱਧੀ ਦਾ ਵੀ ਹੈ ਵੀ ਜਿਹਦੀ ਬੁੱਧੀ ਬੜੀ ਤੇਜ਼ ਤਰਾਰ ਹੋਵੇ। ਤੇ ਇੱਥੇ ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜਾ ਕਹਿੰਦੇ ਹਮੇਸ਼ਾ ਹੀ ਕਹਿੰਦੇ ਅਹੰ ਭਾਵ ਦੇ ਵਿੱਚ ਰਹਿੰਦਾ ਹੈ ਕਿ ਮੈਂ ਕਰਦਾ ਹਾਂ, ਮੈਂ ਆਹ ਕਰ ਰਿਹਾ, ਮੈਂ ਆਹ ਕਰ ਰਿਹਾ, ਕਹਿੰਦੇ ਉਸ ਨੂੰ ਕਰਤਾ ਲਿਖੀ ਹੈ ਹਿਰਦੈ ਚੀਨੋ ਸਿੱਖ ਪ੍ਰਵੀਨ। ਉਹਨੂੰ ਕਹਿੰਦੇ ਕਰਤਾ ਜਾਣੋ ਵਿਧਾਨ ਦੇ ਮੁਤਾਬਕ। ਹੇ ਗੁਰੂ ਕੇ ਸਿੱਖੋ, ਇਹਨੂੰ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਜਾਣ ਲਓ। ਹੇ ਪ੍ਰਵੀਨ ਚੰਗੀ ਬੁੱਧੀ ਵਾਲਿਓ। ਅੱਗੇ ਕਿਰਿਆ ਦੱਸਦੇ ਹਨ ਵੀ ਕਿਰਿਆ ਕੀ ਹੈ। ਸੋ ਕਹਿੰਦੇ ਇੰਦਰੀਆਂ ਦੁਆਰਾ ਜਿਹੜੀ ਬਿਰਤੀ ਹੈ ਵਿਸ਼ਿਆਂ ਦੀ, ਵਿਸ਼ਾ ਵਿਖਿਆ ਲਓ ਜਾਏ, ਵਿਸ਼ਿਆਂ ਤੱਕ ਜਿਹੜੀ ਬਿਰਤੀ ਪਹੁੰਚਦੀ ਹੈ। ਅੰਤਸ਼ਕਰਨ ਅੰਦਰ ਵਿਸ਼ੇ ਰਸ ਨੂੰ ਮੰਨਣਾ ਚਾਹੁੰਦਾ ਹੈ ਤੇ ਉਹ ਵਿਸ਼ੇ ਰਸ ਦੇ ਮਾਨਣ ਦੇ ਲਈ ਅੰਤਸ਼ਕਰਨ ਦੇ ਵਾਸਤੇ ਇਹ ਜਿਹੜੇ ਇੰਦਰੇ ਆ ਨਾ, ਇਹਨਾਂ ਨੂੰ ਇਹ ਸਮਝ ਲਓ ਵੀ ਇੱਕ ਤਰ੍ਹਾਂ ਦੇ ਦਰਵਾਜ਼ੇ ਆ, ਖਿੜਕੀਆਂ ਲੱਗੀਆਂ ਹੋਈਆਂ। 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਇਹ 9 ਦਰਵਾਜ਼ੇ ਲਾਏ ਹੋਏ ਆ ਸਰੀਰ ਦੇ ਉੱਤੇ। ਸੋ ਇਹਨਾਂ ਖਿੜਕੀਆਂ ਦੇ ਰਾਹੀਂ, ਇਹਨਾਂ ਦਰਵਾਜ਼ਿਆਂ ਦੇ ਰਾਹੀਂ ਅੰਤਸ਼ਕਰਨ ਜਿਹੜੇ ਵਿਸ਼ਿਆਂ ਨੂੰ ਭੋਗਣਾ ਚਾਹੁੰਦਾ ਹੈ, ਜਿਹੜੀ ਮਨ ਦੀ ਬਿਰਤੀ ਵਿਸ਼ਿਆਂ ਨੂੰ ਭੋਗਣਾ ਚਾਹੁੰਦੀ ਹੈ, ਉਹਦੇ ਵਾਸਤੇ ਸਾਧਨ ਹੈਗੇ ਆ ਇੰਦਰੇ। ਇੰਦਰੇ ਆਪ ਨਹੀਂ ਮਾਣਦੇ ਕੁਛ ਵੀ, ਇਹ ਮਨ ਮਾਣਦਾ ਅੱਗੇ ਵਿਸ਼ਿਆਂ ਨੂੰ। ਮਨ ਚਾਹੁੰਦਾ ਹੈ ਪਰ ਇੰਦਰੇ ਉਹਦਾ ਇੱਕ ਜ਼ਰੀਆ ਹੈ, ਇੱਕ ਸਾਧਨ ਹੈ, ਇੱਕ ਸੋਰਸ ਹੈ। ਇੰਦਰਾ ਦੁਆਰਾ ਨਿਕਸਕੈ ਵਿਰਤ ਵਿਖਿਆ ਲਓ ਜਾਏ। ਜਿਹੜੀ ਬਿਰਤੀ ਹੈ ਅੰਤਸ਼ਕਰਨ ਦੀ, ਇਹ ਇੰਦਰੀਆਂ ਦੁਆਰਾ ਬਾਹਰ ਨਿਕਲਦੀ ਹੈ ਤੇ ਵਿਸ਼ਿਆਂ ਤੱਕ ਪਹੁੰਚਦੀ ਹੈ। ਕਿਉਂਕਿ ਅੱਖ ਇੱਕ ਸਾਧਨ ਹੈ, ਅੱਖ ਇੱਕ ਖਿੜਕੀ ਹੈ ਤੇ ਰੂਪ ਨੂੰ ਦੇਖਣਾ ਚਾਹੁੰਦਾ ਜਿਹੜਾ ਮਨ ਹੈ, ਤੇ ਉਹ ਮਨ ਦੀ ਬਿਰਤੀ ਜਿਹੜੀ ਉਹ ਅੱਖਾਂ ਦੇ ਰਾਹੀਂ ਫਿਰ ਦੇਖ ਕੇ ਦੱਸਦੀ ਹੈ ਵੀ ਰੂਪ ਸੋਹਣਾ ਜਾਂ ਮਾੜਾ ਹੈ, ਆਹ ਵਸਤੂ ਚੰਗੀ ਹੈ ਜਾਂ ਮਾੜੀ ਹੈ। ਇਸੇ ਤਰ੍ਹਾਂ ਕੰਨ ਹੈ, ਇੰਦਰੇ ਹੈ, ਤੇ ਇਹ ਸੁਣ ਕੇ ਦੱਸਦੇ ਆ ਵੀ ਆਹ ਗੱਲ ਚੰਗੀ ਤੈਨੂੰ ਕਹਿ ਰਿਹਾ ਕੋਈ ਜਾਂ ਮਾੜੀ ਕਹਿ ਰਿਹਾ। ਅੰਦਰ ਅੰਤਸ਼ਕਰਨ ਤੱਕ ਇਹਨਾਂ ਦੇ ਦੁਆਰਾ ਪਹੁੰਚਦੀ ਹੈ ਸਾਰੀ ਗੱਲ। ਇਹ ਇੱਕ ਵਿਚਕਾਰ ਸਾਧਨ ਹੈ, ਸੋਰਸ ਹੈ ਵਿਚਕਾਰ। ਇੰਦਰਾ ਦੁਆਰਾ ਨਿਕਸਕੈ ਵਿਰਤ ਵਿਖਿਆ ਲਓ ਜਾਏ। ਕਹਿੰਦੇ ਕਿਰਿਆ ਕਿਹਨੂੰ ਕਹਿੰਦੇ ਹੈ ਵੀ ਜਿਹੜੀ ਮਨ ਦੀ ਬਿਰਤੀ ਹੈ ਉਹ ਇੰਦਰੀਆਂ ਦੁਆਰਾ ਨਿਕਲ ਕੇ ਜਦੋਂ ਵਿਸ਼ਿਆਂ ਤੱਕ ਪਹੁੰਚਦੀ ਹੈ। ਕਹਿੰਦੇ ਉਸ ਬਿਰਤੀ ਨੂੰ ਜਿਹੜੀ ਵਿਸ਼ੇ ਰਸਾਂ ਦਾ ਇਹ ਆਨੰਦ ਮਾਣਨਾ ਚਾਹੁੰਦੀ ਹੈ, ਉਹਨੂੰ ਕਹਿੰਦੇ ਕਿਰਿਆ ਕਿਹਾ ਜਾਂਦਾ। ਕਿਰਿਆ ਆਮ ਤਾਂ ਕਿਰਿਆ ਆਪਾਂ ਇਹ ਵੀ ਕਹਿੰਦੇ ਹਾਂ ਵੀ ਜਦੋਂ ਕੋਈ ਚੜ੍ਹਾਈ ਕੀਤਾ ਤੇ ਆਪਾਂ ਉਹਦੀ ਕਿਰਿਆ ਕਰਮ ਕਰਦੇ ਹਾਂ, ਤੇ ਇੱਥੇ ਵਿਦਾਂਤ ਵਿੱਚ ਹੋਰ ਭਾਵ ਹੈ ਇਹਦਾ। ਕਹਿੰਦੇ ਜਿਹੜੀ ਬਿਰਤੀ ਹੈ ਇੰਦਰੀਆਂ ਦੁਆਰਾ ਵਿਸ਼ੇ ਰਸ ਅੰਦਰ ਲੈ ਕੇ ਜਾਂਦੀ ਹੈ, ਉਹਨੂੰ ਕਿਰਿਆ ਕਿਹਾ ਜਾਂਦਾ। ਉਸ ਕਾਰਜ ਨੂੰ, ਉਸ ਨੂੰ ਕਿਰਿਆ ਕਿਹਾ ਜਾਂਦਾ। ਕਿਰਿਆ ਕਹੈ ਤਿਸ ਵਿਰਤ ਕੋ, ਉਸ ਵਿਰਤੀ ਨੂੰ ਕਿਰਿਆ ਕਿਹਾ ਜਾਂਦਾ। ਔਰ ਸਤਿਗੁਰ ਦੇਤ ਸੁਣਾਏ। ਇੱਥੇ ਜਿਹੜਾ ਸਤਿਗੁਰ ਲਫ਼ਜ਼ ਹੈ ਇਹ ਉਸਤਾਦ ਦੇ ਲਈ, ਵਿਦਿਆ ਦਾਤੇ ਦੇ ਲਈ ਕਿਹਾ ਗਿਆ, ਕਿਉਂਕਿ ਵਿਦਿਆ ਦਾਤੇ ਜਾਂ ਵਿਦਾਂਤ ਦੇ ਜਿਹੜੇ ਗਿਆਨੀ ਆ ਚੰਗੇ, ਉਹ ਕਹਿੰਦੇ ਇਹਨਾਂ ਗੱਲਾਂ ਨੂੰ ਕਹਿ ਕੇ ਸੁਣਾਉਂਦੇ ਆ ਆਪਣੇ ਸ਼ਿਸ਼ਾਂ ਨੂੰ, ਆਪਣੇ ਸਿੱਖਾਂ ਨੂੰ। ਅੱਗੇ ਗਿਆਨ ਪ੍ਰਾਪਤ ਕਰਨ ਵਾਲੇ ਜੋ ਜਗਿਆਸੂ ਜਨ ਬੈਠੇ ਹੁੰਦੇ ਹੈ, ਸੋ ਉਹਨਾਂ ਨੂੰ ਐਸੇ ਜਿਹੜੇ ਇਹ ਵਿਦਿਆ ਦਾਤੇ ਸਤਿਗੁਰ ਹੈ, ਉਹ ਕਹਿੰਦੇ ਕਹਿ ਕੇ ਸੁਣਾਉਂਦੇ ਆ। ਜਿਹੜੇ ਬ੍ਰਹਮ ਨੇਸ਼ਠੀ ਔਰ ਬ੍ਰਹਮ ਸਰੋਤਰੀ ਜਿਹੜੇ ਉਹ ਮਹਾਂਪੁਰਖ ਹੈ, ਉਹਨਾਂ ਨੂੰ ਉਹ ਸਤਿਗੁਰ ਰੂਪ ਦੇ ਵਿੱਚ ਕਹਿੰਦੇ ਆ। ਹਾਲਾਂਕਿ ਗੁਰਮਤਿ ਦੇ ਵਿੱਚ ਤਾਂ ਸਤਿਗੁਰ ਆਪਾਂ ਸਿਰਫ ਗੁਰੂ ਸਾਹਿਬਾਨ ਦੇ ਲਈ ਸ਼ਬਦ ਵਰਤਦੇ ਹਾਂ। ਬਾਕੀ ਜੇ ਕੋਈ ਸੰਥਿਆ ਕਰਵਾਉਣ ਵਾਲਾ ਹੈ, ਗੁਰਬਾਣੀ ਸਿਖਾਉਣ ਵਾਲਾ ਹੈ, ਕਥਾ ਸਿਖਾਉਣ ਵਾਲਾ ਹੈ, ਗੱਤਕਾ ਸਿਖਾਉਣ ਵਾਲਾ, ਉਹਨਾਂ ਵਾਸਤੇ ਆਪਾਂ ਉਸਤਾਦ ਸ਼ਬਦ ਵੱਖਰਾ ਵਰਤ ਲੈਂਦੇ ਹਾਂ। ਰਾਖਵਾਂ ਸ਼ਬਦ ਸਤਿਗੁਰ ਵਾਸਤੇ ਆਪਾਂ ਗੁਰੂ ਸਾਹਿਬਾਨਾਂ ਵਾਸਤੇ ਰੱਖਿਆ ਹੈ ਸਤਿਗੁਰ ਸ਼ਬਦ। ਪਰ ਵਿਦਾਂਤ ਵਾਲੇ ਜਿਹੜਾ ਵੀ ਉਹਨਾਂ ਦਾ ਵਿਦਿਆ ਗੁਰੂ ਹੈ ਉਸੇ ਨੂੰ ਸਤਿਗੁਰੂ ਕਹਿੰਦੇ ਹੈ। ਸੋ ਆਪਣੇ ਤਾਂ ਕਈ ਵਾਰ ਐਸਾ ਵੀ ਹੁੰਦਾ ਹੈ ਵੀ ਜਿਹਨੇ ਥੋੜ੍ਹਾ ਜਿਹਾ ਜਾਣ ਲਿਆ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਇਹਨਾਂ ਪੰਕਤੀਆਂ ਦਾ ਆਸਰਾ ਲੈ ਕੇ ਕਈ ਪਖੰਡੀ ਲੋਕ ਉਹ ਕਹਿੰਦੇ ਵੀ ਅਸੀਂ ਸਤਿਪੁਰਖ ਨੂੰ
ਵਾਹਿਗੁਰੂ ਨੂੰ ਜਾਣ ਲਿਆ, ਤੇ ਇਸ ਕਰਕੇ ਹੁਣ ਸਾਨੂੰ ਸਤਿਗੁਰੂ ਆਖੋ। ਬਹੁਤ ਆ ਸਤਿਗੁਰੂ ਕਹਾਉਣ ਵਾਲੇ, ਆਪਣੇ ਆਲੇ ਦੁਆਲੇ ਵੇਖ ਲਓ, ਇੱਥੇ ਕਿੰਨੇ ਡੇਰੇ ਹੈ, ਕਿੰਨੀਆਂ ਕਬਰਾਂ ਦੇ ਉੱਤੇ ਬੈਠੇ, ਸਾਰੇ ਕਹਾਉਂਦੇ ਸਤਿਗੁਰੂ ਹੀ ਆ ਨਾ। ਪਰ ਅਸਲ ਸਤਿਗੁਰੂ ਕਿਹੜਾ ਹੈ? ਕਹਿੰਦੇ ਜਿਹੜਾ ਇਸ ਬਿਰਤੀ ਨੂੰ, ਕਿਰਿਆ ਕੀ ਹੈ, ਕਰਮ ਕੀ ਹੈ, ਇਹਨਾਂ ਨੂੰ ਸੂਖਮ ਰੂਪ ਦੇ ਵਿੱਚ ਆਪਣੇ ਜਗਿਆਸੂਆਂ ਨੂੰ ਜਣਾਵੇ ਕਹੀਏ, ਜਾਣਕਾਰੀ ਦੇਵੇ, ਪ੍ਰਕਾਸ਼ੇ, ਇਹਨਾਂ ਗੱਲਾਂ ਨੂੰ ਖੋਲ੍ਹ ਕੇ ਦੱਸੇ। ਕਹਿੰਦੇ ਸਤਿਗੁਰ ਦੇਤ ਸੁਣਾਏ। ਕਹਿੰਦੇ ਸਤਿਗੁਰੂ ਜੀ ਜਿਹੜੇ ਹਨ, ਵਿਦਿਆ ਦਾਤੇ ਜਿਹੜੇ ਹਨ, ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਮਹਾਂਪੁਰਖ, ਉਹ ਇਸ ਗੱਲ ਨੂੰ ਕਹਿ ਕੇ ਸੁਣਾਉਂਦੇ ਹਨ। ਅੱਗੇ ਕਰਮ ਦੀ ਪਰਿਭਾਸ਼ਾ ਦੱਸਦੇ ਹਨ, ਕਰਮ ਕੀ ਹੈ? ਵਿਖਿਆ ਹੈ ਜਿਹੜੇ ਵਿਸ਼ੇ ਹਨ, ਸ਼ਬਦਾਦ। ਹੁਣ ਭਾਈ ਸਾਹਿਬ ਜੀ ਨੇ ਇੱਕ ਸ਼ਬਦ ਦੇ ਵਿੱਚ ਨਿਬੇੜਤਾ, ਸ਼ਬਦ ਆਦ। ਸ਼ਬਦ ਤੋਂ ਸ਼ੁਰੂ ਹੋ ਕੇ ਆਦਿਕ ਜਿੰਨੇ ਬਾਕੀ ਹੈ, ਸ਼ਬਦ, ਸਪਰਸ, ਰੂਪ, ਰਸ ਤੇ ਗੰਧ, ਇਹ ਜਿਹੜੇ ਵਿਸ਼ੇ ਹੈ, ਵਿਸ਼ੇ ਰਸ ਜਿਹੜੇ ਹੈਗੇ ਆ ਇਹ। ਸੋ ਅਕਾਲ ਪੁਰਖ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਕਹਿੰਦੇ ਆਕਾਸ਼ ਪੈਦਾ ਕੀਤਾ। ਤੇ ਆਕਾਸ਼ ਦਾ ਕਿਉਂਕਿ ਕੋਈ ਆਕਾਰ ਨਹੀਂ ਹੈ, ਆਕਾਸ਼ ਦਾ ਆਪਣਾ ਆਕਾਰ ਕੋਈ ਨਹੀਂ ਹੈ, ਕੋਈ ਰੂਪ ਨਹੀਂ ਹੈ, ਕੋਈ ਰੰਗ ਨਹੀਂ ਹੈ। ਆਪਾਂ ਕਹਾਂਗੇ ਵੀ ਆਕਾਸ਼ ਨੀਲਾ ਨਹੀਂ, ਵਿਦਾਂਤ ਦੇ ਗ੍ਰੰਥ, ਵੇਦ ਜਿਹੜੇ ਧਰਮ ਗ੍ਰੰਥ ਇਹਨੂੰ ਮੰਨਦੇ ਹੈ, ਉਹ ਇਹ ਕਹਿੰਦੇ ਆ ਵੀ ਸਮੁੰਦਰ ਦਾ ਪਾਣੀ ਨੀਲਾ, ਆਕਾਸ਼ ਨੀਲਾ ਨਹੀਂ। ਤੇ ਇਸ ਪਾਣੀ ਦਾ, ਕਿਉਂਕਿ ਧਰਤੀ ਦਾ 1/3 ਹਿੱਸਾ, 1/3 ਇਹ ਪਾਣੀ ਹੈ, ਇਸ ਪਾਣੀ ਦਾ, ਇਸ ਸਮੁੰਦਰ ਦਾ ਪ੍ਰਤੀਬਿੰਬ ਕਹਿ ਲਓ, ਆਭਾਸ ਕਹਿ ਲਓ, ਇਹ ਆਕਾਸ਼ ਦੇ ਵਿੱਚ ਪੈ ਰਿਹਾ। ਤੇ ਉਸ ਰੰਗ ਨੂੰ ਲੈ ਕੇ ਉਹ ਨੀਲਾ, ਆਪਾਂ ਨੀਲਾ ਕਹਿੰਦੇ ਹਾਂ, ਤਾਂ ਚਲੋ ਕਹਿਣਾ ਵੀ ਚਾਹੀਦਾ ਜਦੋਂ ਦਿਖਦਾ ਹੀ ਨੀਲਾ, ਇਸ ਕਰਕੇ ਨੀਲਾ। ਉਹ ਆਕਾਸ਼ ਦਾ ਆਪਣਾ ਰੰਗ ਕੋਈ ਨਹੀਂ ਹੈ। ਆਕਾਸ਼ ਪੈਦਾ ਕੀਤਾ ਤਾਂ ਉਹਦੇ ਵਿੱਚ ਜਦੋਂ ਬ੍ਰਹਮ ਤੋਂ ਆਕਾਸ਼ ਪੈਦਾ ਹੋਇਆ, ਇੱਕੋ ਹੀ ਗੁਣ ਦਿੱਤਾ, ਆਕਾਸ਼ ਦੇ ਵਿੱਚ ਸ਼ਬਦ ਹੈ, ਹੋਰ ਕੁਝ ਨਹੀਂ ਹੈ, ਸ਼ਬਦ ਹੈ ਉਹਦੇ ਵਿੱਚ। ਔਰ ਇਸ ਆਕਾਸ਼ ਨੇ ਅੱਗੇ ਇੱਕ ਪੁੱਤਰ ਪੈਦਾ ਕੀਤਾ ਕਹਿ ਲਓ, ਜਾਂ ਅੱਗੇ ਜਿਹੜੀ ਉਤਪਤੀ ਕੀਤੀ ਪਾਉਣ ਦੀ, ਹਵਾ ਦੀ। ਤੇ ਹਵਾ ਨੇ ਆਕਾਸ਼ ਦੇ ਵਿੱਚੋਂ ਗੁਣ ਲੈ ਲਿਆ ਆਵਾਜ਼ ਵਾਲਾ, ਨਾਦ ਵਾਲਾ, ਸ਼ਬਦ ਵਾਲਾ। ਆਕਾਸ਼ ਸ਼ੂਨਿਆ, ਛਾਂ ਦੀ ਆਵਾਜ਼ ਹੈ। ਹਵਾ ਨੇ ਇਹਦੇ ਤੋਂ ਇਹ ਗੁਣ ਲੈ ਲਿਆ ਸ਼ਬਦ ਦਾ, ਕਿਉਂਕਿ ਜਦੋਂ ਹਵਾ ਚੱਲਦੀ ਹੈ ਇਹਦੇ ਵਿੱਚ ਵੀ ਆਵਾਜ਼ ਪੈਦਾ ਹੁੰਦੀ ਹੈ ਨਾ। ਹਵਾ ਦਾ ਆਕਾਰ ਤਾਂ ਕੋਈ ਨਹੀਂ, ਪਰ ਆਪਾਂ ਨੂੰ ਪਤਾ ਲੱਗਦਾ ਵੀ ਹਵਾ ਚੱਲ ਰਹੀ ਹੈ, ਇਹਦੀ ਆਵਾਜ਼ ਪੈਦਾ ਹੁੰਦੀ ਹੈ ਹਵਾ ਦੇ ਵਿੱਚ। ਇਹ ਆਕਾਸ਼ ਤੋਂ ਜਾਂ ਆਪਣੇ ਪਿਤਾ ਤੋਂ ਇਹਨੇ, ਪੁੱਤਰ ਨੇ ਇਹ ਗੁਣ ਲੈ ਲਿਆ। ਜਿਵੇਂ ਪਿਤਾ ਦੀ ਜਾਇਦਾਦ ਹੋਵੇਗਾ ਉਹ ਪੁੱਤਰ ਨੂੰ ਮਿਲ ਜਾਂਦੀ ਹੈ, ਜਾਂ ਮਾਤਾ ਪਿਤਾ ਦਾ ਜਿਸ ਤਰ੍ਹਾਂ ਦਾ ਸੁਭਾਅ, ਚਿਹਰਾ ਮੋਰਾ ਹੋਵੇ ਤਾਂ ਥੋੜ੍ਹਾ ਬਹੁਤ ਉਹ ਆਪਣੇ ਮਾਤਾ ਪਿਤਾ ਨਾਲ ਮਿਲਦਾ ਹੁੰਦਾ ਹੈ। ਇਸੇ ਤਰ੍ਹਾਂ ਆਕਾਸ਼ ਤੋਂ ਪਵਨ ਨੇ ਗੁਣ ਲੈ ਲਿਆ ਸ਼ਬਦ ਦਾ, ਸ਼ੀਂ ਕਰਦੀ ਆ ਜਦੋਂ ਚੱਲਦੀ ਆ ਹਵਾ। ਫਿਰ ਇਹਨੇ ਇੱਕ ਆਪਣਾ ਗੁਣ ਪੈਦਾ ਕੀਤਾ। ਉਹ ਗੁਣ ਇਹਨੇ ਕੀ ਪੈਦਾ ਕੀਤਾ? ਸਪਰਸ਼ ਦਾ, ਕਿਉਂਕਿ ਹਵਾ ਦਾ ਸਪਰਸ਼ ਹੁੰਦਾ ਹੈ। ਜਦੋਂ ਹਵਾ ਆਪਣੇ ਤਨ ਨੂੰ, ਸਰੀਰ ਨੂੰ ਲੱਗਦੀ ਹੈ, ਆਪਾਂ ਕਹਿੰਦੇ ਵੀ ਗਰਮ ਹਵਾ ਲੱਗ ਰਹੀ ਹੈ, ਪੱਖਾ ਚਲਾ ਲਓ, ਏਸੀ ਔਨ ਕਰ ਲਓ, ਕੂਲਰ ਚਲਾ ਲਓ, ਜਾਂ ਕਿਸੇ ਛਾਂ ਦੇ ਵਿੱਚ ਦਰਖਤ ਦੇ ਛਾਵੇਂ ਬੈਠ ਜਾਈਏ ਵੀ ਠੰਡੀ ਹਵਾ ਆਵੇ। ਸਪਰਸ਼ ਦਾ ਗੁਣ ਇਹਨੇ ਆਪਣੇ ਕੋਲੋਂ ਪੈਦਾ ਹੋ ਗਿਆ, 2 ਗੁਣ ਪੈਦਾ ਹੋ ਗਏ। ਸੋ ਇਸ ਤੋਂ ਬਾਅਦ, ਪਵਨ ਤੋਂ ਬਾਅਦ ਇਹਨੇ ਅੱਗੇ ਪੈਦਾ ਕੀਤਾ ਅਗਨੀ ਨੂੰ। 2 ਗੁਣ ਇਹਨੇ ਆਪਣੇ ਪਿਤਾ ਪੁਰਖੀ ਲਏ, ਸ਼ਬਦ ਦਾ ਵੀ ਲੈ ਲਿਆ ਅਤੇ ਸਪਰਸ਼ ਦਾ ਵੀ ਲੈ ਲਿਆ, ਕਿਉਂਕਿ ਦੋਵੇਂ ਗੁਣ ਹੈ ਅਗਨੀ ਦੇ ਵਿੱਚ। ਜਦੋਂ ਅੱਗ ਜਲਦੀ ਹੈ, ਅੱਗ ਬਾਲਦੇ ਹਾਂ, ਭੱਕ ਭੱਕ ਦੀ ਆਵਾਜ਼ ਉਹਦੇ ਵਿੱਚ ਆਉਂਦੀ ਹੈ। ਅਤੇ ਸਪਰਸ਼ ਦਾ ਵੀ ਗੁਣ ਹੈ ਵੀ ਜਦੋਂ ਅੱਗ ਸਾਨੂੰ ਉਹਦਾ ਸੇਕ ਲੱਗਦਾ, ਸਪਰਸ਼ ਹੁੰਦਾ, ਆਪਾਂ ਨੂੰ ਪਤਾ ਲੱਗਦਾ ਵੀ ਗਰਮ ਲੱਗ ਰਿਹਾ ਸਾਨੂੰ। ਦੋਵੇਂ ਗੁਣ ਲੈ ਲਏ, ਸ਼ਬਦ ਦਾ ਵੀ ਅਤੇ ਸਪਰਸ਼ ਦਾ ਵੀ ਅਗਨ ਨੇ। ਅਤੇ ਤੀਜਾ ਗੁਣ ਇਹਨੇ ਆਪਣੇ ਵਿੱਚ ਪੈਦਾ ਕਰ ਲਿਆ ਰੂਪ ਦਾ, ਕਿਉਂਕਿ ਅੱਗ ਦਿਖਾਈ ਦਿੰਦੀ ਹੈ, ਆਕਾਸ਼ ਅਤੇ ਹਵਾ ਤਾਂ ਦਿਖਾਈ ਨਹੀਂ ਦਿੰਦੇ ਨਾ। ਅੱਗ ਨੂੰ ਸਾਹਮਣੇ ਆਪਾਂ ਵੇਖ ਸਕਦੇ ਹਾਂ, ਵਿਜ਼ੀਬਿਲਿਟੀ ਹੈ, ਵਿਜ਼ੀਬਲ ਹੈ।
ਬਿਲਕੁਲ ਸਾਹਮਣੇ ਵੇਖਦੇ ਹਾਂ ਆਪਾਂ, ਅੱਗ ਨੇ ਰੂਪ ਦਾ ਗੁਣ ਪੈਦਾ ਕਰ ਲਿਆ। ਇੱਥੋਂ ਤੱਕ 3 ਗੁਣ ਪੈਦਾ ਹੋ ਗਏ। ਫਿਰ ਇਹ ਅਗਨੀ ਤੋਂ ਅੱਗੇ ਪੈਦਾ ਹੋਇਆ ਪਾਣੀ, ਜਲ। ਜਲ ਨੇ ਇਹ ਤਿੰਨੇ ਗੁਣ ਗ੍ਰਹਿਣ ਕੀਤੇ। ਜਲ ਚੱਲਦਾ ਹੈ, ਆਵਾਜ਼ ਵੀ ਹੁੰਦੀ ਹੈ, ਸਪਰਸ਼ ਵੀ ਕਰ ਸਕਦੇ ਹਾਂ ਆਪਾਂ ਜਲ ਨੂੰ, ਅਤੇ ਇਸੇ ਤਰ੍ਹਾਂ ਇਹਦਾ ਰੂਪ ਵੀ ਹੈ। ਆਪਾਂ ਕਹਿੰਦੇ ਹਾਂ ਵੀ ਕਾਲਾ ਪਾਣੀ ਹੈ, ਚਿੱਟਾ ਪਾਣੀ ਹੈ। ਬਹੁਤ ਲੋਕਾਂ ਨੂੰ ਕਾਲੇ ਪਾਣੀਆਂ ਦੀ ਸਜ਼ਾ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਹੋਰ ਆਪਾਂ ਸਰਦਾਰ ਸੋਹਣ ਸਿੰਘ ਭਕਨਾ ਇਤਿਆਦਿਕ ਜਿਹੜੇ ਆਜ਼ਾਦੀ ਘੁਲਾਟੀਆਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਅਤੇ ਉਦੋਂ ਜ਼ਿਕਰ ਆਉਂਦਾ ਵੀ ਉਹਨਾਂ ਨੂੰ ਕਾਲੇ ਪਾਣੀ ਭੇਜਿਆ ਗਿਆ। ਕਾਲੇ ਪਾਣੀ ਦੇ ਉਹ ਸਮੁੰਦਰ ਦੇ ਵਿੱਚ ਜਿਹੜੀ ਜੇਲ੍ਹ ਬਣੀ ਹੋਈ ਸੀ ਟਾਪੂ ਦੇ ਉੱਤੇ। ਸੋ ਇਹਦੇ ਵਿੱਚ ਇਹ ਗੁਣ ਵੀ ਹੈ, ਰੰਗ ਵਾਲਾ ਵੀ। ਅਤੇ ਜਲ ਨੇ ਆਪਣਾ ਇੱਕ ਹੋਰ ਚੌਥਾ ਗੁਣ ਕੀ ਪੈਦਾ ਕੀਤਾ, ਰਸ ਦਾ। ਇਹਦੇ ਵਿੱਚ ਰਸ ਵਾਲਾ ਗੁਣ ਪੈਦਾ ਹੋ ਗਿਆ, ਕਿਉਂਕਿ ਜਲ ਜਦੋਂ ਆਪਾਂ ਛਕਦੇ ਹਾਂ ਅਤੇ ਆਪਾਂ ਨੂੰ ਪਤਾ ਲੱਗਦਾ ਹੈ ਵੀ ਪਾਣੀ ਕੌੜਾ ਹੈ ਕਿ ਮਿੱਠਾ ਹੈ ਕਿ ਖਾਰਾ। ਇਹਦੇ ਵਿੱਚ ਰਸ ਹੈ, ਇਹ ਰਸ ਦਾ ਗੁਣ ਪੈਦਾ ਹੋ ਗਿਆ। ਅਤੇ ਪੰਜਵਾਂ ਜਿਹੜਾ ਸੀ, ਅੱਗੇ ਇਹਨਾਂ ਦਾ ਪੁੱਤਰ ਪੈਦਾ ਹੋਇਆ, ਜਾਂ ਪੰਜਵਾਂ ਜੋ ਇਹਨਾਂ ਤੋਂ ਅੱਗੇ ਵਧੀ ਵੰਸ਼ ਇਹਨਾਂ ਦੀ, ਉਹ ਪੈਦਾ ਹੋਈ ਪ੍ਰਿਥਵੀ, ਧਰਤੀ। ਧਰਤੀ ਨੇ ਇਹ ਪਹਿਲਾਂ ਵਾਲੇ ਚਾਰੇ ਪਿਤਾ ਪੁਰਖੀ ਗੁਣ ਲੈ ਲਏ, ਆਵਾਜ਼ ਦਾ ਵੀ ਗੁਣ ਲੈ ਲਿਆ। ਅਤੇ ਇਸੇ ਪ੍ਰਕਾਰ ਕਿਉਂਕਿ ਧਰਤੀ ਟਕ ਟਕ ਕਰਦੀ ਹੈ, ਧਰਤੀ ਵਿੱਚ ਆਵਾਜ਼ ਦਾ ਵੀ ਗੁਣ ਹੈ। ਅਤੇ ਇਸੇ ਤਰ੍ਹਾਂ ਸਪਰਸ਼ ਕਰ ਸਕਦੇ ਹਾਂ ਆਪਾਂ ਮਿੱਟੀ ਨੂੰ। ਅਤੇ ਇਸੇ ਤਰ੍ਹਾਂ ਇਹਦਾ ਰੂਪ ਵੀ ਹੈ, ਵੀ ਚਿੱਟੀ ਮਿੱਟੀ ਹੈ, ਕਾਲੀ ਮਿੱਟੀ ਹੈ, ਚੀਕਣੀ ਮਿੱਟੀ ਹੈ, ਕਿਸ ਤਰ੍ਹਾਂ ਦੀ ਮਿੱਟੀ ਹੈ, ਇਹਦਾ ਧਰਤੀ ਦਾ ਗੁਣ ਹੈ। ਅਤੇ ਇਸੇ ਤਰ੍ਹਾਂ ਇਹਦੇ ਵਿੱਚ ਜਿਹੜਾ ਰੂਪ ਦਾ ਵੀ ਗੁਣ ਆ ਗਿਆ ਅਤੇ ਰਸ ਵੀ ਇਹਦੇ ਵਿੱਚ ਆ ਗਿਆ ਚੌਥਾ। ਕਿਉਂਕਿ ਕਈ ਬੱਚੇ ਸਾਡੇ ਪਿੰਡਾਂ ਦੇ ਵਿੱਚ ਆਮ ਹੀ ਉਹ ਮਿੱਟੀ ਖਾਂਦੇ ਹੁੰਦੇ ਆ। ਉਹ ਕਿਉਂ ਖਾਂਦੇ ਆ? ਕਿਉਂਕਿ ਉਹਨਾਂ ਨੂੰ ਉਹਦੇ ਵਿੱਚੋਂ ਰਸ ਆਉਂਦਾ, ਉਹਦੇ ਵਿੱਚ ਰਸ ਹੈ। ਇਹ ਰਸ ਦਾ ਗੁਣ ਵੀ ਧਰਤੀ ਵਿੱਚ ਆ ਗਿਆ। ਸੋ ਇਸੇ ਤਰ੍ਹਾਂ ਇਹਨੇ ਇੱਕ ਨਵਾਂ ਗੁਣ ਪੈਦਾ ਕੀਤਾ, ਗੰਧ, ਸੁਗੰਧੀ। ਉਹ ਗੰਧ ਕੀ ਹੈ? ਉਹ ਚੰਗੀ ਸੁਗੰਧੀ ਵੀ ਹੋ ਸਕਦੀ ਹੈ, ਮਾੜੀ ਦੁਰਗੰਧ ਵੀ। ਸੋ ਇਹ 5 ਗੁਣ ਜਿਹੜੇ ਹੈ, ਇਹ ਕਹਿੰਦੇ ਅਹੰ ਵਿਖਿਆ ਅਹੰ ਸ਼ਬਦਾਦ ਜੇ, ਜਿਹੜੇ ਵਿਸ਼ੇ ਹੈ ਸ਼ਬਦ ਆਦਿਕ ਦੇ, ਸ਼ਬਦ ਸਪਰਸ਼ ਰੂਪ ਰਸ ਗੰਧ। ਸੋ ਕਹਿੰਦੇ ਜੋ ਇਹਨਾਂ ਦਾ ਸਹਿਜ ਸੁਭਾਅ ਹੈ, ਜੇ ਸਭ ਕੇ ਸਹਿਜ ਸੁਭਾਅ ਹੈ, ਇਹਨਾਂ ਦਾ ਆਪਣਾ ਆਪਣਾ ਜੋ ਸਹਿਜ ਹੀ ਸੁਤੇ ਸਿੱਧ ਸੁਭਾਅ ਹੈ। ਸੋ ਇਹਨਾਂ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਨਾਲ, ਇਹਨਾਂ ਦੇ ਵਿਸ਼ਿਆਂ ਦੇ ਨਾਲ ਜਦੋਂ ਕਹਿੰਦੇ ਸਾਡੇ ਮਨ ਦੀ ਬਿਰਤੀ, ਅੰਤਸ਼ਕਰਨ ਦੀ ਬਿਰਤੀ ਵਿਆਪਦੀ ਹੈ, ਇਹਨਾਂ ਦੇ ਸੰਗ ਚੱਲਦੀ ਹੈ, ਇਹਨਾਂ ਨੂੰ ਭੋਗਦੀ ਹੈ, ਤਾਂ ਉਸ ਵੇਲੇ ਕਹਿੰਦੇ ਇਹਨੂੰ ਕਰਮ ਕਿਹਾ ਜਾਂਦਾ। ਕਹੀਐ ਕਰਮ ਬਣਾਏ, ਉਹ ਕਹਿੰਦੇ ਧਰਮ ਗ੍ਰੰਥਾਂ ਦੇ ਵਿੱਚ ਸਿਆਣੇ ਪੁਰਖਾਂ ਨੇ, ਸਤਿਪੁਰਖਾਂ ਨੇ ਇਹਨੂੰ ਕਰਮ ਬਣਾ ਕੇ ਆਖਿਆ ਹੈ। ਫਿਰ ਅੱਗੇ ਦੱਸਦੇ ਹੈ ਵੀ ਗਿਆਤਾ ਕੀ ਹੈ ਅਤੇ ਗਿਆਨ ਕੀ ਹੈ। ਕਹਿੰਦੇ ਅਹੰ ਬਿਰਤ ਚਿਦ ਭਾਸ ਜੁਤ ਸੋ ਗਿਆਤਾ ਪਹਿਚਾਨ। ਜੋ ਆਪਾਂ ਉਹੀ ਉਦਾਹਰਨ ਫਿਰ ਲਈਏ ਵੀ ਜਦੋਂ ਸਾਵਿਕਲਪ ਸਮਾਧੀ ਲਾਈ ਹੈ ਤਾਂ ਉਸ ਵੇਲੇ ਜਿਹੜਾ ਇਹ ਭਾਵ ਬਣਿਆ ਰਹਿਣਾ ਵੀ ਮੈਂ ਸਮਾਧੀ ਲਾ ਰਿਹਾ, ਮੇਰੇ ਅੰਤਸ਼ਕਰਨ ਦੀ ਬਿਰਤੀ ਉਹ ਗਿਆਨ ਪ੍ਰਾਪਤ ਕਰ ਰਹੀ ਹੈ, ਉਹ ਸਾਧਨ ਹੈ ਸਮਾਧੀ ਦਾ। ਅਤੇ ਗੇ ਜਿਹੜਾ ਪ੍ਰਮਾਤਮਾ ਬ੍ਰਹਮ ਹੈ ਉਹਦੇ ਵਿੱਚ ਸਮਾਧੀ ਲੱਗ ਰਹੀ ਹੈ। ਸੋ ਜਿਹੜਾ ਇਹ ਭਾਵ ਬਣਿਆ ਰਹਿਣਾ, ਇਹਨੂੰ ਕਹਿੰਦੇ ਹੈ ਅਹੰ ਬਿਰਤ ਚਿਦ ਭਾਸ ਜੁਤ। ਜਿਹੜੀ ਬਿਰਤੀ ਆ ਅਹੰ ਦੇ ਸਹਿਤ ਹੋਵੇ, ਹਉਮੈ ਦੇ ਸਹਿਤ ਹੋਵੇ ਕਿ ਮੈਂ ਕੁਝ ਹਾਂ, ਅਤੇ ਚਿਦ ਭਾਸ ਜੁਤ ਨਾਲ ਨਾਲ ਚੇਤਨ ਦਾ ਭਾਸ ਵੀ, ਪ੍ਰਤੀਬਿੰਬ ਵੀ ਇਹਦੇ ਵਿੱਚ ਪੈ ਰਿਹਾ ਹੋਵੇ, ਇਹਦੇ ਸਹਿਤ ਹੋਵੇ ਜੋ ਸੋ ਗਿਆਤਾ ਪਹਿਚਾਨ, ਉਸ ਨੂੰ ਗਿਆਤਾ ਕਿਹਾ ਜਾਂਦਾ ਹੈ। ਫਿਰ ਕਹਿੰਦੇ ਜੋ ਉੱਪਰ ਕਿਰਿਆ ਬਿਰਤੀ ਦੱਸੀ ਹੈ ਵੀ ਕਿਰਿਆ ਦੱਸੀ ਹੈ, ਕਿਰਿਆ ਬਿਰਤ ਮੈਂ ਭਾਸ ਚਿਦ। ਕਹਿੰਦੇ ਇਹ ਕਿਰਿਆ ਬਿਰਤੀ ਦੇ ਵਿੱਚ ਚੇਤਨ ਦਾ ਆਭਾਸ ਪੈਣਾ, ਪ੍ਰਤੀਬਿੰਬ ਪੈਣਾ, ਤਾਂ ਕੋ ਗਿਆਨ ਬਖਾਨ, ਇਸ ਨੂੰ ਗਿਆਨ ਕਿਹਾ ਜਾਂਦਾ ਹੈ। ਸੋ ਪਹਿਲਾਂ ਗੇ ਦੱਸਦੇ ਆ ਵੀ ਗੇ ਕੀ ਹੈ, ਫਿਰ ਪਰਮਾਤਾ
ਕਹਿੰਦੇ ਕਰਮ ਬਿਰਤ ਮਹਿ ਭਾਸ ਚਿਦ ਇਸ ਜੁਤ ਗੇ ਸੋ ਹੋਏ। ਕਰਮ ਬਿਰਤੀ ਦੇ ਵਿੱਚ ਜਦੋਂ ਕਹਿੰਦੇ ਉਹ ਬ੍ਰਹਮ ਚੇਤਨ ਦਾ ਆਭਾਸ ਪ੍ਰਤੀਬਿੰਬ ਪੈਂਦਾ ਹੈ, ਇਹਦੇ ਸਹਿਤ ਹੈ, ਉਸ ਨੂੰ ਕਹਿੰਦੇ ਗੇ ਕਹਿੰਦੇ ਆ ਬ੍ਰਹਮ ਨੂੰ। ਕਿਉਂਕਿ ਕਰਮ ਬਿਰਤੀ ਦੇ ਵਿੱਚ ਜਦੋਂ ਉਹ ਬ੍ਰਹਮ ਦਾ ਆਭਾਸ ਪੈਣ ਲੱਗ ਪਿਆ, ਪ੍ਰਤੀਬਿੰਬ ਦਿਖਾਈ ਦੇਣ ਲੱਗ ਪਿਆ, ਉਹ ਪਰਮਾਤਮਾ ਦਿਖਾਈ ਦੇਣ ਲੱਗ ਪਿਆ, ਉਸ ਦਾ ਨਾਮ ਹੀ ਗੇ ਹੈ। ਸੋ ਗਿਆਤਾ ਗਿਆਨ ਗੇ ਪ੍ਰਮਾਤਾ ਪ੍ਰਮਾਣ ਪਰਮੇ ਧਿਆਤਾ ਧਿਆਨ ਧੇ, ਇਹ ਤਿੰਨਾਂ ਦੇ ਜਿਹੜੇ ਸ਼ਬਦਾਰਥ ਹੈ ਉਹ ਭਾਵ ਇਹਨਾਂ ਦਾ ਇੱਕੋ ਹੀ ਹੈ। ਇਹ ਵੱਖਰੇ ਵੱਖਰੇ ਕਹੇ ਜਾਂਦੇ ਆ, ਪਰ ਇਹਨਾਂ ਨੂੰ ਸਾਰਿਆਂ ਨੂੰ ਤ੍ਰਿਪੁਟੀ ਕਿਹਾ ਜਾਂਦਾ, ਤਿੰਨ ਵਸਤੂਆਂ ਦਾ ਸਮੁਦਾਇ। ਸੋ ਕਹਿੰਦੇ ਗਿਆਤਾ ਤੇ ਪ੍ਰਮਾਤਾ, ਕਹਿੰਦੇ ਇਹ ਦੋਵੇਂ ਇੱਕੋ ਹੀ ਹਨ। ਗਿਆਤਾ ਪ੍ਰਮਾਤਾ ਹੈ ਇੱਕ ਕੇ ਆਖਿਆ ਦੋਏ, ਇੱਕ ਨੂੰ ਆਖ ਲਓ ਤੇ ਕਹਿੰਦੇ ਦੋਵਾਂ ਦਾ ਹੀ ਅਰਥ ਹੋ ਗਿਆ। ਸੋ ਗਿਆਤਾ ਅਤੇ ਪ੍ਰਮਾਤਾ ਇਹ ਦੋਵੇਂ ਇੱਕੋ ਅਰਥ ਰੂਪ ਹਨ। ਹਾਂ ਕਹਿੰਦੇ ਗਿਆਨ ਕਹਿੰਦੇ ਹੈ ਪ੍ਰਮਾਣ ਨੂੰ, ਜਿਵੇਂ ਗਿਆਤਾ ਗਿਆਨ ਗੇ ਪ੍ਰਮਾਤਾ ਪ੍ਰਮਾਣ ਪ੍ਰਮੇ, ਉਹੀ ਅਰਥ ਹੈ। ਕਹਿੰਦੇ ਉਧਰ ਗਿਆਨ ਕਹਿ ਲਓ, ਇੱਧਰ ਪ੍ਰਮਾਣ ਕਹਿ ਲਓ, ਅਤੇ ਇਸੇ ਤਰ੍ਹਾਂ ਉਧਰ ਗੇ ਕਹਿ ਲਓ, ਇੱਧਰ ਪ੍ਰਮੇਯ ਕਹਿ ਲਓ, ਇਹਨਾਂ ਦੋਵਾਂ ਦਾ ਇੱਕੋ ਹੀ ਅਰਥ ਹੈ। ਜਿਵੇਂ ਗਿਆਨ ਜਿਹੜਾ ਹੈਗਾ, ਗਿਆਨ ਤਾਂ ਹੈ ਜੋ ਵਿੱਚ ਸਾਧਨ ਹੈ ਅੰਤਸ਼ਕਰਨ ਦੀ ਬਿਰਤੀ, ਅਤੇ ਗੇ ਹੈ ਜਿਸ ਦੇ ਵਿੱਚ ਸਮਾਧੀ ਲਾਈ ਜਾ ਰਹੀ ਹੈ, ਜਿਸ ਵਾਸਤੇ ਸਮਾਧੀ ਲਾਈ ਜਾ ਰਹੀ ਹੈ। ਪ੍ਰਤੀ ਜਿਹਨੂੰ ਕਹਿੰਦੇ ਆ ਪ੍ਰਤੀਪਦ ਅਤੇ ਪ੍ਰਤੀਪਾਦਕ ਦੋਵੇਂ। ਸੋ ਇਹ ਕਹਿੰਦੇ ਇਹੀ ਇਹਨਾਂ ਦਾ ਸੰਬੰਧ ਹੈ, ਪ੍ਰਤੀਪਦ ਦਾ ਅਤੇ ਪ੍ਰਤੀਪਾਦਕ ਦਾ। ਸੋ ਗਿਆਤਾ ਅਤੇ ਗਿਆਨ ਦਾ, ਪ੍ਰਮਾਣ ਅਤੇ ਪ੍ਰਮੇਯ ਦਾ, ਸੋ ਇਹਨਾਂ ਦਾ ਇੱਕੋ ਹੀ ਅਰਥ ਜਾਣ ਲਵੋ। ਉਹੀ ਗਿਆਨ ਹੈ, ਉਹੀ ਪ੍ਰਮਾਣ ਹੈ, ਅਤੇ ਇਸੇ ਤਰ੍ਹਾਂ ਉਹੀ ਗੇ ਹੈ ਅਤੇ ਉਹੀ ਪ੍ਰਮੇਯ ਬ੍ਰਹਮ ਹੈ। ਹੁਣ ਅਪਰਮਾ ਗਿਆਨ ਅਤੇ ਪਰਮਾ ਗਿਆਨ, ਇਹਨਾਂ ਦੋਵਾਂ ਦਾ ਦੱਸਣਗੇ ਵੀ ਇਹ ਦੋਵੇਂ ਕੀ ਹੈ। ਕਹਿੰਦੇ ਤ੍ਰਿਪਟੀ ਮੈਂ ਲਖ ਆਪ ਕੋ ਕਹੈ ਅਪਰਮਾ ਗਿਆਨ। ਤ੍ਰਿਪਟੀ ਜਦੋਂ ਉਹ ਲੱਗੀ, ਤ੍ਰਿਪਟੀ ਦੇ ਵਿੱਚ ਸਾਵਕਲਪ ਸਮਾਧੀ ਲੱਗੀ ਹੈ, ਜਿੱਥੇ ਗਿਆਤਾ ਗਿਆਨ ਗੇ ਇਹ ਤਿੰਨ ਅਲੱਗ ਭਾਸ ਰਹੇ ਹੈ, ਅਤੇ ਬ੍ਰਹਮ ਦੇ ਵਿੱਚ ਵੀ ਲੀਨ ਹੋਣ ਦੀ ਗੱਲ ਹੋ ਰਹੀ ਹੈ। ਜਦੋਂ ਕਹਿੰਦੇ ਆਪਣੇ ਆਪ ਨੂੰ ਲਿਖੇ ਵੀ ਮੈਂ ਕੁਛ ਹਾਂ, ਅਹੰ ਭਾਵ ਹੈ ਜਿੱਥੇ, ਉਸ ਬਿਰਤੀ ਨੂੰ, ਉਸ ਗਿਆਨ ਨੂੰ ਪ੍ਰਾਪਤ ਹੋਣਾ, ਉਹ ਸਮਾਧੀ ਲਾਉਣੀ, ਉਹਨੂੰ ਕਹਿੰਦੇ ਅਪਰਮਾ ਗਿਆਨ ਕਿਹਾ ਜਾਂਦਾ ਹੈ। ਅੱਗੇ ਪਰਮਾ ਗਿਆਨ ਦੱਸਦੇ ਹਨ ਵੀ ਪਰਮਾ ਗਿਆਨ ਕੀ ਹੈ। ਫਿਰ ਕਹਿੰਦੇ ਤ੍ਰਿਪਟੀ ਜਿੱਥੇ ਖਤਮ ਹੋ ਜਾਏ, ਜੋ ਤ੍ਰਿਪਟੀ ਕੋ ਜੋ ਪ੍ਰਕਾਸ਼ ਹੀ ਹੋ, ਸੋ ਜਿਹੜਾ ਤ੍ਰਿਪਟੀ ਨੂੰ ਵੀ ਦੱਸ ਦੇਵੇ ਵੀ ਇਹ ਨਹੀਂ ਹੈ ਕੁਝ, ਸਿਰਫ ਬ੍ਰਹਮ ਹੈ। ਸੋ ਕਹਿੰਦੇ ਤ੍ਰਿਪਟੀ ਨੂੰ ਪ੍ਰਕਾਸ਼ਨ ਵਾਲਾ, ਜਣਾਉਣ ਵਾਲਾ, ਦੱਸਣ ਵਾਲਾ, ਔਰ ਸਭ ਕੋ ਤਿਸ਼ਠਾਨ, ਜੋ ਸਾਰਿਆਂ ਦਾ ਤਿਸ਼ਠਾਨ ਹੈ, ਆਸਰਾ ਰੂਪ ਹੈ, ਬ੍ਰਹਮ ਹੈ। ਕਹਿੰਦੇ ਜਿਸ ਵੇਲੇ ਉਹ ਬ੍ਰਹਮ ਹੀ ਬ੍ਰਹਮ ਦਿਖਾਈ ਦੇਣ ਲੱਗ ਪਵੇ, ਤੇ ਜਿੱਥੇ ਆਪਣੇ ਆਪ ਨੂੰ ਹੀ ਸੋ ਜਾਣ ਵਿਸ਼ੇਸ਼ ਕਰਕੇ ਜਾਣ ਲਿਆ ਜਾਵੇ, ਜਿੱਥੇ ਉਹ ਸਭ ਕਲਪ ਤੋਂ ਨਿਰਵਿਕਲਪ ਦੇ ਵਿੱਚ ਬਿਰਤੀ ਆ ਜਾਵੇ ਨਾ, ਕਹਿੰਦੇ ਉਸ ਨੂੰ ਆਪਣੇ ਆਪੇ ਨੂੰ ਜਾਣਨ ਦੇ ਵਾਸਤੇ ਕਹੋ ਕਬੀਰ ਇਹੋ ਰਾਮ ਕੀ ਅੰਸ਼ ਜਿਸ ਵੇਲੇ ਜਾਣ ਲਿਆ, ਉਸ ਨੂੰ ਕਹਿੰਦੇ ਪਰਮਾ ਗਿਆਨ ਕਹਿੰਦੇ ਹੈ। ਉਸ ਦਾ ਨਾਮ ਪਰਮਾ ਗਿਆਨ ਹੈ। ਹਾਂ ਕਹਿੰਦੇ ਜਿਹੜੇ ਵੇਦਾਂਤ ਦੇ ਮਹਾਵਾਕ ਹਨ, ਵੇਦਾਂ ਦੇ ਵਿੱਚ ਵਾਕ ਤਾਂ ਬਹੁਤ ਹੈ, ਸ਼ਲੋਕ ਬਹੁਤ ਹੈ, ਪਰ ਉਹਨਾਂ ਦੇ ਵਿੱਚੋਂ ਜਿਹੜੇ ਚਾਰ ਪ੍ਰਮੁੱਖ ਇੱਕ ਵੇਦ ਦਾ ਵਾਕ ਹੈ, ਉਹਨੂੰ ਮਹਾਵਾਕ ਕਿਹਾ ਜਾਂਦਾ ਹੈ। ਮਹਾਵਾਕ ਵੇਦਾਂਤ ਕੇ, ਵੇਦਾਂ ਦਾ ਜਿਹੜਾ ਗਿਆਨ ਹੈ ਉਹਨੂੰ ਵੇਦਾਂਤ ਕਿਹਾ ਜਾਂਦਾ। ਵੇਦਾਂਤ ਨਾਮ ਗਿਆਨ ਦਾ ਹੈ। ਕਈ ਤਾਂ ਸਾਡੇ ਜਿਹੜੇ ਬਹੁਤੇ ਕੱਟੜ ਅਤੇ ਆ ਨਵੇਂ ਕਾਲਜਾਂ ਦੇ ਵਿੱਚ ਪੜ੍ਹ ਕੇ ਉਹ ਜਿਹੜੇ ਪ੍ਰਚਾਰਕ ਬਣੇ ਹੁੰਦੇ ਆ ਨਾ, ਉਹ ਤਾਂ ਇੱਦਾਂ ਦੀਆਂ ਵੀ ਗੱਲਾਂ ਕਰਨ ਲੱਗ ਜਾਂਦੇ ਆ ਵੀ ਵੇਦਾਂਤ ਦਾ ਸਿੱਖਾਂ ਨਾਲ ਕੀ ਸੰਬੰਧ ਹੈ, ਵੇਦਾਂਤ ਦਾ ਸਿੱਖਾਂ ਨਾਲ ਕੀ ਸੰਬੰਧ ਹੈ, ਇਹੋ ਜਿਹੀਆਂ ਗੱਲਾਂ ਵੀ ਕਰਨਗੇ। ਇਹ ਤਾਂ ਜੀ ਵੇਦਾਂਤ ਤਾਂ ਬ੍ਰਾਹਮਣਾਂ ਦਾ ਹੈ, ਵੀ ਸਿਰਫ ਬ੍ਰਾਹਮਣ ਹੀ ਰੱਬ ਤੱਕ ਪਹੁੰਚ ਕਰ ਸਕਦੇ। ਵੇਦਾਂਤ ਜਦੋਂ ਇਹ ਗੱਲ ਕਹਿੰਦੇ ਆ, ਉਹ ਕੋਈ ਇਸ ਤਰ੍ਹਾਂ ਦਾ
ਸਿਰ ਫਿਰਿਆ ਇਹ ਗੱਲ ਆਖੇ ਵੀ ਵੇਦਾਂਤ ਦਾ ਸਿੱਖਾਂ ਨਾਲ ਕੀ ਸੰਬੰਧ ਹੈ, ਤੇ ਉਹਦਾ ਮਤਲਬ ਪਤਾ ਕੀ ਬਣਦਾ ਹੈ? ਵੇਦਾਂਤ ਨਾਮ ਹੈ ਗਿਆਨ ਦਾ, ਉਹ ਇਹ ਕਹਿ ਰਿਹਾ ਹੁੰਦਾ ਵੀ ਗਿਆਨ ਦਾ ਸਿੱਖਾਂ ਨਾਲ ਕੀ ਸੰਬੰਧ ਹੈ। ਮਤਲਬ ਸਿੱਖ ਆ ਜਿਹੜੇ ਇਹ ਗਿਆਨ ਨਹੀਂ ਪ੍ਰਾਪਤ ਕਰ ਸਕਦੇ, ਸਿੱਖ ਤਾਂ ਅਗਿਆਨੀ ਉਹ ਤੁਰੇ ਫਿਰਦੇ ਹੈ। ਸੋ ਵੇਦਾਂਤ ਇਹ ਗਿਆਨ ਹੈ, ਗਿਆਨ ਦਾ ਹਰ ਇੱਕ ਉਸ ਜਗਿਆਸੂ ਦੇ ਨਾਲ ਸੰਬੰਧ ਹੈ ਜਿਹੜਾ ਜਗਿਆਸਾ ਰੱਖਦਾ ਗਿਆਨ ਨੂੰ ਪ੍ਰਾਪਤ ਕਰਨ ਦੀ। ਗਿਆਨ ਕੀ ਹੈ? ਪਰਮਾਤਮਾ ਦਾ ਰੂਪ ਜਿਹੜਾ ਹੈ, ਆਪਣਾ ਆਪਾ ਪਰਮਾਤਮਾ ਨੂੰ ਜਾਣ ਲੈਣਾ। ਕਹੋ ਕਬੀਰ ਇਹੋ ਰਾਮ ਕੀ ਅੰਸ, ਸਭ ਮੈਂ ਜੋਤ ਜੋਤ ਹੈ ਸੋਏ। ਇਸ ਅਵਸਥਾ ਤੱਕ ਪਹੁੰਚਣਾ ਕਿ ਉਹ ਬ੍ਰਹਮ, ਉਹ ਪਰਮਾਤਮਾ ਜਿਹੜਾ, ਉਹ ਮੇਰਾ ਆਤਮਾ ਉਹਦੇ ਨਾਲੋਂ ਵੱਖਰਾ ਨਹੀਂ ਹੈ। ਆਤਮਾ ਪਰਾਤਮਾ ਇੱਕੋ ਕਰੈ, ਬ੍ਰਹਮ ਪਸਾਰ ਪਸਾਰਿਓ ਭੀਤਰ। ਸੋ ਉਹ ਉਸ ਨੂੰ ਕਿਹਾ ਜਾਂਦਾ ਵੇਦਾਂਤ ਗਿਆਨ। ਸੋ ਇਹ ਵੇਦ ਦੇ ਜਿਹੜੇ 4 ਮਹਾਵਾਕ ਹੈ, ਚਾਰੇ ਵੇਦਾਂ ਦੇ ਮਹਾਵਾਕ ਜਿਹੜੇ ਹੈ, ਸੋ ਜਿਵੇਂ ਪ੍ਰਗਿਆਮਾਨੰਦ ਬ੍ਰਹਮ ਇਹ ਰਿਗਵੇਦ ਦਾ ਹੈ, ਅਤੇ ਇਸੇ ਤਰ੍ਹਾਂ ਅਹੰ ਬ੍ਰਹਮਾਸਮੀ ਇਹ ਯੁਜੁਰਵੇਦ ਦਾ ਹੈ, ਸਾਮਵੇਦ ਦਾ ਹੈ, ਤਤਵਮਸੀ ਇਹ ਯੁਜੁਰਵੇਦ ਦਾ ਹੈ, ਅਯੰ ਆਤਮਾ ਬ੍ਰਹਮ ਇਹ ਅਥਰਵਣ ਵੇਦ ਦਾ ਹੈ। ਸੋ 4 ਮਹਾਵਾਕ ਹਨ ਚਾਰੇ ਵੇਦਾਂ ਦੇ। ਇਹ ਅੱਗੇ ਉਹਨਾਂ ਦਾ ਵਿਸਥਾਰ ਹੈ, ਅੱਗੇ ਹਜ਼ਾਰ ਸ਼ਲੋਕ ਜਿਹੜਾ ਹੋਰ ਇੱਕ ਵੇਦ ਦਾ ਹੈ। ਸੋ ਇਹ ਚਾਰੇ ਵੇਦਾਂ ਦੇ ਕਹਿੰਦੇ ਜਿਹੜੇ 4 ਮਹਾਵਾਕ ਹਨ ਵੇਦਾਂਤ ਕੇ, ਇਹ ਵੇਦਾਂਤ ਦੇ ਗਿਆਨ ਦੇ ਖਜ਼ਾਨੇ ਆ। ਗਿਆਨ ਦੇ ਜਿਹੜੇ ਮਹਾਵਾਕ ਹੈ ਕਿ ਸਤਿਗੁਰ ਤਿਸ ਕੋ ਹੋਣ ਯਥਾਰਥ ਗਿਆਨ, ਮਹਾਵਾਕ ਵੇਦਾਂਤ ਕੇ ਸਤਿਗੁਰ ਤਿਸ ਕੋ ਹੋਣ ਯਥਾਰਥ ਗਿਆਨ। ਜਿਨ੍ਹਾਂ ਨੂੰ ਕਹਿੰਦੇ ਕੋਈ ਬ੍ਰਹਮਨੇਸ਼ਟੀ, ਬ੍ਰਹਮ ਸਰੋਤਰੀ, ਕੋਈ ਉਸਤਾਦ ਜਾਂ ਵੇਦਾਂਤ ਦੀ ਬੋਲੀ ਵਿੱਚ ਕਹਿ ਲਓ ਐਸਾ ਸਤਿਗੁਰ ਜਿਨ੍ਹਾਂ ਨੂੰ ਮਿਲ ਜਾਂਦਾ ਹੈ, ਉਹ ਕਹਿੰਦੇ ਤਿਸ ਕੋ ਹੋਣ ਯਥਾਰਥ ਗਿਆਨ। ਕਹਿੰਦੇ ਉਹਨੂੰ ਇਹਨਾਂ ਦਾ ਯਥਾਰਥ ਗਿਆਨ ਹੁੰਦਾ ਹੈ, ਕਿਉਂਕਿ ਵੇਦਾਂਤ ਦੇ ਵਿੱਚ ਸਤਿਗੁਰ ਉਸ ਨੂੰ ਮੰਨਿਆ ਜਾਂਦਾ ਹੈ ਵੀ ਜਿਹੜਾ ਇਹ ਵੇਦਾਂਤ ਦੇ ਵਾਕ ਜਿਹੜੇ ਹੈ ਜਿਨ੍ਹਾਂ ਦਾ ਭਾਵ ਇਹ ਹੈ ਕਿ ਇਹ ਆਤਮਾ ਹੀ ਬ੍ਰਹਮ ਹੈ, ਜਾਂ ਉਹ ਬ੍ਰਹਮ ਮੈਂ ਹੀ ਹਾਂ, ਮੈਂ ਉਹ ਬ੍ਰਹਮ ਤੋਂ ਵੱਖਰਾ ਨਹੀਂ ਹਾਂ। ਸਰੀਰ ਮੇਰਾ ਇਹ ਮੇਰਾ ਆਪਣਾ ਆਪਾ ਨਹੀਂ ਹੈ, ਜਿਹੜਾ ਸਥੂਲ ਸਰੀਰ ਹੈ, ਸੂਖਮ ਸਰੀਰ ਮੇਰਾ ਆਪਣਾ ਆਪਾ ਨਹੀਂ ਹੈ, ਕਾਰਨ ਸਰੀਰ ਮੇਰਾ ਆਪਾ ਨਹੀਂ ਹੈ। ਜਿਹੜਾ ਜੀਵ ਆਤਮਾ ਇਹ ਬ੍ਰਹਮ ਹੈ। ਜਿਸ ਨੇ ਇਸ ਗੱਲ ਨੂੰ ਜਾਣ ਲਿਆ, ਇਹਦੇ ਉੱਤੇ ਨਿਸ਼ਚਾ ਕਰ ਲਿਆ, ਵੇਦਾਂਤ ਨੂੰ, ਵੇਦਾਂ ਨੂੰ, ਧਰਮ ਸ਼ਾਸਤਰਾਂ ਨੂੰ ਸੁਣ ਕੇ ਔਰ ਯਥਾਰਥ ਤੌਰ ਦੇ ਉੱਤੇ ਜਾਣ ਵੀ ਲਿਆ, ਉੱਥੋਂ ਤੱਕ ਉਹਦੀ ਪਹੁੰਚ ਵੀ ਹੋ ਗਈ। ਕਿਉਂਕਿ ਇੱਕ ਤਾਂ ਹੁੰਦਾ ਨਾ ਸਿਰਫ ਕਿਤਾਬੀ ਗਿਆਨ, ਕਿਤਾਬਾਂ ਵਿੱਚੋਂ ਪੜ੍ਹ ਕੇ ਸੁਣ ਲੈਣਾ, ਪੜ੍ਹ ਲੈਣਾ, ਉਹ ਜਾਣਕਾਰੀ ਇਕੱਤਰ ਕਰ ਲੈਣੀ। ਇੱਕ ਹੁੰਦਾ ਵੀ ਉਸੇ ਚੀਜ਼ ਨੂੰ ਅਨੁਭਵ ਦੇ ਦੁਆਰਾ ਜਾਣ ਲੈਣਾ, ਪ੍ਰੈਕਟੀਕਲ ਕਰਕੇ ਉੱਥੇ ਤੱਕ ਪਹੁੰਚ ਜਾਣਾ। ਸੋ ਕਹਿੰਦੇ ਸਤਿਗੁਰ ਕਹਿੰਦੇ ਕਿਹਨੂੰ ਕਹਿੰਦੇ ਹੈ? ਕਹਿੰਦੇ ਜਿਹਨੇ ਇਸ ਮਹਾਵਾਕਾਂ ਦੇ ਵਿੱਚ ਜੋ ਗਿਆਨ ਦਿੱਤਾ ਹੋਇਆ, ਇਸ ਨੂੰ ਯਥਾਰਥ ਰੂਪ ਦੇ ਵਿੱਚ ਜਾਣ ਲਿਆ ਹੈ। ਫਿਰ ਅੱਗੇ ਦੱਸਦੇ ਆ ਵੀ ਅਧਿਕਾਰੀ ਕੌਣ ਹੈ। ਕਹਿੰਦੇ ਜੋ ਚਤੁਸ਼ਟਾ ਸਾਧਨ ਵਿਖਿਆ ਜੀਵੇਸ਼ਰ ਇਕਤਾ ਜਾਨ। ਸੋ ਇਹ ਆਪਾਂ ਕੱਲ੍ਹ ਨੂੰ ਕਰ ਲਵਾਂਗੇ, ਕਿਉਂਕਿ ਮੈਂ ਸਮੇਂ ਵੱਲ ਹੁਣ ਵੇਖਿਆ, ਸਮੇਂ ਦੀ ਸਮਾਪਤੀ ਹੈ। ਸੋ ਅੱਗੇ ਜਿਹੜਾ ਇਹ ਥੋੜ੍ਹਾ ਜਿਹਾ ਵਿਸਥਾਰ ਵਾਲਾ ਜੀ, ਕਿਉਂਕਿ ਇਹਦੇ ਵਿੱਚ ਚਤੁਸ਼ਟੇ ਸਾਧਨ ਜਿਹੜੇ 4 ਸਾਧਨ ਗਿਆਨ ਦੇ ਦੱਸਣੇ ਹੈ, ਵੈਰਾਗ, ਵਿਵੇਕ, ਖਟ ਸੰਮਤੀ, ਮੋਖ ਪ੍ਰਾਪਤੀ ਦੀ ਇੱਛਾ। ਸੋ ਉਹਨਾਂ ਦਾ ਆਪਾਂ ਵਿਸਥਾਰ ਵੀ ਕਰਾਂਗੇ, ਉਹਦੇ ਵਾਸਤੇ ਥੋੜ੍ਹਾ ਜਿਹਾ ਸਮਾਂ ਚਾਹੀਦਾ ਹੈ। ਇਸ ਕਰਕੇ ਆਪਾਂ ਇਹ ਸਵਈਆ ਛੰਦ ਜਿਹੜਾ ਇਹ ਬਾਅਦ ਦੇ ਵਿੱਚ ਕਰ ਲਾਂਗੇ। ਆਪਾਂ ਪਿੱਛੇ ਹੀ ਇੱਥੋਂ ਤੱਕ ਜਿੱਥੇ ਪਰਮਾ ਗਿਆਨ ਹੈ ਇਹ ਤੁਕਾਂ ਪੜ੍ਹ ਕੇ ਸਮਾਪਤੀ ਕਰ ਦਿੰਦੇ ਹਾਂ। ਸੋ ਇਹਨੂੰ ਆਪਾਂ ਕੱਲ੍ਹ ਨੂੰ ਵਿਸਥਾਰ ਦੇ ਵਿੱਚ ਹੋਰ ਖੁੱਲ੍ਹ ਕੇ ਵਿਚਾਰ ਲਵਾਂਗੇ, ਜਿਵੇਂ ਸਤਿਗੁਰੂ ਕਿਰਪਾ ਕਰਨਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਖਿਮਾ ਬਖਸ਼ਿਸ਼ ਕਰਨ। ਆਪ ਸਮੂਹ ਸੰਗਤਾਂ ਨੇ ਸ਼ੁੱਧਤਾ ਦੇ ਲਈ ਅਰਦਾਸ ਕਰਨੀ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਦੀ ਸਾਂਝ ਕਰਾਂਗੇ, ਫਿਰ ਅਰਦਾਸ ਵਿੱਚ ਸ਼ਾਮਲ ਹੋਣਾ ਜੀ। ਆਪਨੋ ਆਪ ਸੁਜਾਨ ਹੀ ਸੋ ਕਹਿ ਪਰਮਾ ਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।